ਸਾਡੇ ਕੋਲ ਬਹੁਤ ਹੀ ਉੱਘੇ ਪੱਤਰਕਾਰ, ਚਿੰਤਕ ਔਰ ਜ਼ਮੀਨੀ ਪੱਧਰ ਤੇ ਜੁੜੇ ਹੋਏ ਇੱਕ ਇਹੋ ਜਿਹੀ ਸ਼ਖਸੀਅਤ ਅੱਜ ਸਾਡੇ ਸਾਹਮਣੇ ਮੈਂ ਤੁਹਾਡੇ ਨਾਲ ਰੂਬਰੂ ਕਰਨ ਜਾ ਰਿਹਾ, ਜਿਹੜੇ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਬਹੁਤ ਹੀ ਪੁਖਤਾ ਗੱਲਾਂ ਕਰਨ ਵਾਲੀ ਸ਼ਖਸੀਅਤ ਹੈ। ਮੇਰੀ ਮੁਰਾਦ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਹੈ, ਜਿਹੜੇ ਕਿ ਨਿਊਜ਼ ਐਡੀਟਰ ਨੇ ਪੰਜਾਬੀ ਟ੍ਰਿਬਿਊਨ ਦੇ ਵਿੱਚ, ਔਰ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਮਾਮਲਿਆਂ ਦੇ ਉੱਤੇ ਆਪਣੀ ਬਹੁਤ ਹੀ ਪੁਖਤਾ ਰਾਏ ਸਾਹਮਣੇ ਲੋਕਾਂ ਦੇ ਰੱਖਣ ਲਈ ਜਾਣੇ ਜਾਣ ਵਾਲੀ ਸ਼ਖਸੀਅਤ ਹਨ। ਮੈਂ ਬਹੁਤਾ ਸਮਾਂ ਨਹੀਂ ਲਵਾਂਗਾ। ਸਾਡੇ ਦਰਮਿਆਨ ਬੜੀਆਂ ਉੱਘੀਆਂ ਸ਼ਖਸੀਅਤਾਂ ਇਸ ਵੈਬਿਨਾਰ ਦੇ ਵਿੱਚ ਸ਼ਾਮਲ ਹੋਈਆਂ ਨੇ। ਉਹਨਾਂ ਸਾਰਿਆਂ ਨੂੰ ਜੀ ਕਹਿੰਦਾ ਮੈਂ ਹਮੀਰ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ 20 ਮਿੰਟ ਲਈ ਕਰਨ। ਉਸ ਤੋਂ ਬਾਅਦ ਅਸੀਂ 5-5, 4-4 ਮਿੰਟ ਲਈ ਬਾਕੀ ਸੱਜਣਾਂ ਨੂੰ ਵੀ ਸੱਦਾ ਦੇਵਾਂਗੇ ਕਿ ਉਸ ਚਰਚਾ ਨੂੰ ਅੱਗੋਂ ਵੀ ਲਿਜਾਣ, ਔਰ ਜੇ ਕੋਈ ਸਵਾਲ ਵੀ ਨੇ ਤੇ ਉਹ ਵੀ ਸਾਡੇ ਸਾਹਮਣੇ ਲਿਆਉਣ। ਸੋ ਮੈਂ ਬੇਨਤੀ ਕਰਾਂਗਾ ਹਮੀਰ ਸਿੰਘ ਜੀ ਹੋਰਾਂ ਨੂੰ। ਬਹੁਤ ਮਿਹਰਬਾਨੀ ਪਲਾਹੀ ਸਾਹਿਬ। ਸਾਰੇ ਵੈਬਿਨਾਰ ਦੇ ਜਰੀਏ ਜੁੜੇ ਦੋਸਤਾਂ ਨੂੰ ਵੀ ਮੇਰੀ ਆਵਾਜ਼ ਆ ਰਹੀ ਹੈ ਜੀ? ਠੀਕ। ਤੇ ਅੱਜ ਜਿਹੜਾ ਇੱਕ ਤੁਸੀਂ ਮੈਨੂੰ ਮੌਕਾ ਦਿੱਤਾ, ਕਿਉਂਕਿ ਬਹੁਤ ਇੰਪੋਰਟੈਂਟ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਐਜੂਕੇਸ਼ਨ ਪਾਲਿਸੀ ਦਾ, ਇਹਦੇ ਤੇ ਚਰਚਾ ਵੀ ਕਾਫੀ ਹੋ ਰਹੀ ਹੈ ਤੇ ਪ੍ਰੇਜ ਵੀ ਬੜੀ ਹੋਈ ਹੈ ਨੈਸ਼ਨਲ ਲੈਵਲ ਤੇ। ਤਾਂ ਕਾਫੀ ਮਿਹਨਤ ਹੋਈ ਸੀ ਪਹਿਲਾਂ ਬੋਲ ਜਿਹੜੇ ਲੋਕਾਂ ਵੱਲੋਂ, ਪਰ ਇਹਦੇ ਤੇ ਡਿਬੇਟ ਦਾ ਖਾਸ ਤੌਰ ਤੇ 2019 ਚ ਜਿਹੜਾ ਖਰੜਾ ਸੀ ਉਹਦੇ ਤੇ ਵੀ ਬਹੁਤ ਸਾਰੇ ਸੈਮੀਨਾਰ, ਮੀਟਿੰਗਾਂ ਜਾਂ ਵੱਖ-ਵੱਖ ਤਰੀਕੇ ਨਾਲ ਹੋਈਆਂ। ਮੈਂ ਥੋੜੇ ਪੁਆਇੰਟਾਂ ਦੇ ਰੂਪ ਦੇ ਵਿੱਚ ਇੱਕ ਰਾਏ ਤੁਹਾਡੇ ਸਾਹਮਣੇ, ਜੋ ਮੇਰਾ ਨਜ਼ਰੀਆ ਇਸ ਐਜੂਕੇਸ਼ਨ ਪਾਲਿਸੀ ਬਾਰੇ ਬਣਿਆ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਮੈਨੂੰ ਇੱਕ ਤਾਂ ਇਹ ਲੱਗਦਾ ਕਿ ਐਜੂਕੇਸ਼ਨ ਪਾਲਿਸੀ ਜਾਂ ਕੋਈ ਵੀ ਪਾਲਿਸੀ ਕਿਸੇ ਵੀ ਖੇਤਰ ਦੀ, ਉਹਨੂੰ ਆਉਣ ਦੀ ਹੋਰ ਸਮੁੱਚੇ ਪ੍ਰਣਾਲੀ ਨਾਲੋਂ, ਸਮੁੱਚੀ ਸੋਚ ਪ੍ਰਣਾਲੀ ਨਾਲੋਂ, ਫਿਲਾਸਫੀ ਨਾਲੋਂ, ਵਿਚਾਰਧਾਰਾ ਨਾਲੋਂ ਜਾਂ ਹੁਕਮਰਾਨਾਂ ਦੀਆਂ ਜੋ ਬੇਸਿਕ ਪਾਲਿਸੀ ਮੇਕਿੰਗ ਦਾ ਇੱਕ ਕਨਸੈਪਟ ਹੈ, ਉਹਦੇ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਐਟ ਪ੍ਰੈਜੈਂਟ ਜਿਸ ਲੈਵਲ ਦਾ ਇੱਕ ਓਵਰਆਲ ਡਿਵੈਲਪਮੈਂਟ ਦਾ ਮਾਡਲ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਜਿਹੜੇ ਮਾਡਲ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਕਦੇ ਜੋਸਫ ਸਟਿਗਲਿਟਸ ਕਹਿੰਦਾ ਕਿ 1% ਬਨਾਮ 99% ਦਾ, ਕਦੇ ਉਹ ਜੰਗੀ ਮਾਹੌਲ ਦੇ ਵਿੱਚ ਨੋਮ ਚਮਸਕੀ ਕਹਿੰਦਾ ਕਿ ਜੀ ਇਹ ਮਹਾਸ਼ਕਤੀਵਾਦ ਦਾ ਤੇ ਚੌਧਰਵਾਦ ਦਾ ਇੱਕ ਪੈਦਾ ਕੀਤਾ ਇੱਕ ਸਿਸਟਮ ਹੈ, ਜਿਹੜਾ ਉਸ ਪਾਸੇ ਅਮਰੀਕਾ ਨੂੰ ਵੀ ਜਾਂ ਬਾਕੀ ਦੁਨੀਆ ਨੂੰ ਵੀ ਧੱਕ ਦੇਣਾ ਚਾਹੁੰਦਾ ਜੰਗ ਦੀ ਭੱਠੀ ਦੇ ਵਿੱਚ। ਮਤਲਬ ਕਾਰਪੋਰੇਟ ਲੌਜਿਕ ਦਾ ਇੱਕ ਇਕਨੋਮਿਕ ਸਿਸਟਮ ਜਿਹੜਾ ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਇਰਦ ਗਿਰਦ ਹੀ ਘੁੰਮ ਰਿਹਾ ਹੈ। ਉਹਦੇ ਤਹਿਤ ਇਹ ਕਿਹਾ ਜਾ ਰਿਹਾ ਕਿ ਨੇਚਰ ਤੇ ਮੈਨ ਦੋਨੋਂ ਕ੍ਰਾਈਸਿਸ ਚ ਨੇ। ਕੁਦਰਤੀ ਸਾਧਨਾਂ ਦਾ ਵੀ ਸਵਾਲ ਹੈ ਸਭ ਤੋਂ ਬੜਾ, ਔਰ ਈਵਨ ਬਾਇਓ ਲਾਈਫ ਹੀ ਦੀ ਐਗਜ਼ਿਸਟੈਂਸ ਹੈ ਜਿਹੜੀ ਹੋਂਦ ਹੈ ਉਹੀ ਖਤਰੇ ਦੇ ਵਿੱਚ ਹੈ। ਤੇ ਜਿਹੜਾ ਗਰੀਬ ਤੇ ਅਮੀਰ ਦੇਸ਼ਾਂ ਦੇ ਵਿੱਚ ਵੀ ਔਰ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ ਆਪਾਂ ਸਾਰੇ ਜਾਣਦੇ ਹਾਂ, ਪੜ੍ਹਦੇ ਹਾਂ, ਲਿਖਦੇ ਹਾਂ, ਹਮੇਸ਼ਾ ਹੀ ਇਹ ਦੇਖਦੇ ਹਾਂ ਕਿ ਬਹੁਤ ਵੱਡਾ ਚੈਲੰਜ ਖੜਾ ਹੋ ਗਿਆ। ਇਸੇ ਕਰਕੇ ਕਰੋਨਾ ਦੇ ਦੌਰ ਦੇ ਵਿੱਚ ਵੀ ਜਦੋਂ ਇੱਕ ਗਲੋਬਲ ਵਰਤਾਰੇ ਦੇ ਤੌਰ ਤੇ ਪੂਰੀ ਮਨੁੱਖਤਾ ਮਹਾਮਾਰੀ ਦੇ ਸਨਮੁਖ ਹੈ, ਤਾਂ ਉਦੋਂ ਵੀ ਜਿਹੜਾ ਸੋ ਕਾਲਡ ਰਾਸ਼ਟਰਵਾਦ ਦੇ ਐਂਗਲ ਤੋਂ ਉਹਨੂੰ ਟ੍ਰੀਟ ਕਰਨ ਦਾ ਜਿਹੜਾ ਨਜ਼ਰੀਆ ਹੈ ਉਹ ਕਾਫੀ ਘੱਟੋ ਘੱਟ ਉਹਦੇ ਹਾਣ ਦਾ ਨਹੀਂ ਹੈ ਕਿ ਜਿੰਨੀਆਂ ਵੱਡੀਆਂ ਪ੍ਰੋਬਲਮ ਜਾ ਰਹੀਆਂ ਨੇ ਇੰਟਰਡਿਪੈਂਡੈਂਟ ਵਰਲਡ ਦੇ ਵਿੱਚ, ਅੰਤਰਨਿਰਭਰ ਦੁਨੀਆ ਦੇ ਵਿੱਚ, ਅੰਤਰਨਿਰਭਰ ਲੀਡਰਸ਼ਿਪ ਐਮਰਜ ਹੋਣ ਦੀ ਜਿਹੜੀ ਉਸ ਪਾਸੇ ਵੱਲ ਜਾਣ ਦੀ, ਜਾਂ ਘੱਟੋ ਘੱਟ ਜਿਹੜਾ ਉਹ ਡਿਵੈਲਪਮੈਂਟ ਦਾ ਮਾਡਲ ਹੈ ਉਹਨੂੰ ਚੈਲੰਜ ਕਰਨ ਵਾਲੀ ਕੋਈ ਬਹੁਤ ਬੜੀ ਧਿਰ ਦੁਨੀਆ ਦੇ ਵਿੱਚ ਉਸ ਰੂਪ ਚ ਨਹੀਂ ਹੈ। ਚਾਹੇ ਉਹ ਪੈਰਿਸ ਐਗਰੀਮੈਂਟ ਐਨਵਾਇਰਨਮੈਂਟ ਤੇ ਹੋਵੇ, ਅਮਰੀਕਾ ਵਿਡਰਾ ਕਰ ਜਾਂਦਾ, ਡਿਵੈਲਪਡ ਕੰਟਰੀਜ਼ ਵੀ ਉਹਨੂੰ ਉਸ ਲੈਵਲ ਤੇ ਟੋ ਨਹੀਂ ਕਰਦੇ। ਉਸੇ ਡਾਇਰੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੀ ਐਜੂਕੇਸ਼ਨ ਦੀ ਜਿਹੜੀ ਪਾਲਿਸੀ ਹੈ, ਜਦੋਂ ਡਿਵੈਲਪਮੈਂਟ ਦਾ ਐਂਗਲ ਅਪਰੋਚ ਉਹ 'ਚ ਕੋਈ ਡਿਫਰੈਂਸ ਨਹੀਂ ਹੈ, ਤਾਂ ਇਹ ਪਾਲਿਸੀ ਉਹਦੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਹੈ ਕਿਸੇ ਵੀ ਰੂਪ ਚ। ਸੈਕੰਡ ਗੱਲ ਜਿਹੜੀ ਸਾਡੇ ਦੇਸ਼ ਦੇ ਵਿੱਚ ਸਾਡੇ ਹੁਕਮਰਾਨ ਕਰ ਰਹੇ ਨੇ, ਇਹ ਪਾਲਿਸੀ ਉਹ ਤੋਂ ਵੀ ਪ੍ਰਭਾਵਿਤ ਹੈ ਕਿ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਵੱਲ ਬਾਹੋ ਦਾ ਹੀ ਦੌੜੇ ਜਾ ਰਹੇ ਨੇ। ਚਾਹੇ ਉਹ GST ਦਾ ਸਵਾਲ ਹੋਵੇ, ਚਾਹੇ ਉਹ NIA ਤੇ UAPA ਦਾ ਸਵਾਲ ਹੋਵੇ, ਤਿੰਨੇ ਆਰਡੀਨੈਂਸਾਂ ਦਾ ਸਵਾਲ ਹੋਵੇ, ਬਿਜਲੀ ਐਕਟ ਦਾ ਸਵਾਲ ਹੋਵੇ, ਟ੍ਰੇਡ ਯੂਨੀਅਨ ਜਿਹੜੇ ਐਕਟ ਨੇ ਉਹਨਾਂ ਦੀ ਐਮਰਜੈਂਸੀ ਦਾ ਸਵਾਲ ਹੋਵੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਪੱਧਰ ਦੇ ਉੱਤੇ ਇੱਕ ਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ, ਇੱਕ ਮੈਜੋਰਿਟੇਰੀਅਨ ਡੈਮੋਕ੍ਰੇਸੀ ਦਾ ਜਿਹੜਾ ਇੱਕ ਕਨਸੈਪਟ ਹੈ ਕਿ ਬਹੁਗਿਣਤੀਵਾਦ ਦੇ ਸਹਾਰੇ ਬਾਕੀ ਦੇ ਲੋਕਾਂ ਨੂੰ ਜਿਹੜੀਆਂ ਡੈਮੋਕ੍ਰੈਟਿਕ ਪ੍ਰਕਿਰਿਆ ਚੋਂ ਜਾਂ ਇੰਸਟੀਟਿਊਸ਼ਨ ਜਿਹੜੀਆਂ ਘੱਟੋ ਘੱਟ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਸੀ ਉਹਨਾਂ ਨੂੰ ਵੀ ਉਸੇ ਪਾਸੇ ਵੱਲ ਧੱਕ ਦਿੱਤਾ ਜਾਏ। ਇਹ ਇਸ ਡਾਇਰੈਕਸ਼ਨ ਦੇ ਵਿੱਚ ਹੀ ਐਜੂਕੇਸ਼ਨ ਪਾਲਿਸੀ ਨੂੰ ਮੈਨੂੰ ਲੱਗਦਾ ਦੇਖਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਮੈਂ ਸੈਂਟਰਲਾਈਜੇਸ਼ਨ ਦੀ ਗੱਲ ਜਾਂ ਬਾਕੀ ਗੱਲ ਕੀਤੀ ਹੈ, ਉਹ
ਇਹਦੇ ਚੋਂ ਵੀ ਸਾਫ਼ ਨਜ਼ਰ ਆਉਂਦੀ ਹੈ ਇਸੇ ਐਜੂਕੇਸ਼ਨ ਪਾਲਿਸੀ ਦੇ ਵਿੱਚ। ਕਿਉਂ? ਕਿਉਂਕਿ ਜਿਹੜਾ ਫੈਡਰਲ ਇੱਕ ਸਟਰਕਚਰ ਸੀ ਉਹਨੂੰ ਹੁਣ ਤੁਸੀਂ ਸਿਲੇਬਸ, ਇੱਕ ਬੜਾ ਆਮ ਗੱਲ ਹੈ ਕਿ ਡਾਇਵਰਸ ਕੰਟਰੀ ਹੈ, ਬਨਸਵੰਨਤਾ ਹੈ, ਹਰ ਇੱਕ ਦੀਆਂ ਇੰਨੀਆਂ ਬੋਲੀਆਂ ਨੇ, ਇੰਨੇ ਸੱਭਿਆਚਾਰ ਨੇ, ਇੰਨੇ ਇਤਿਹਾਸਕ ਲੈਵਲ ਤੇ ਵਖਰੇਵੇਂ ਨੇ, ਤੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਟਾਪ ਦੀ ਯੂਨੀਵਰਸਿਟੀ ਤੱਕ ਦੇ ਸਿਲੇਬਸ ਬਣਾਉਣ ਲਈ ਇੱਕੋ ਸੰਸਥਾ ਹੋਏਗੀ, ਉਹ ਨੈਸ਼ਨਲ ਲੈਵਲ ਦੀ ਇੱਕ ਸੰਸਥਾ ਜਿਹੜੀ ਬਣੇਗੀ ਤੇ ਉਹ ਸਾਰਾ ਸਿਲੇਬਸ ਉਹ ਡਿਸਾਈਡ ਕਰੇਗੀ ਉਸ ਪਾਸੇ ਵੱਲ ਲੈ ਕੇ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਡਿਫਰੈਂਟ ਲੈਵਲ ਤੇ ਵਿੰਗ ਬਣੇ ਹੋਏ ਸੀ ਜਾਂ ਔਰ ਉਹਦੇ ਚ ਇਹ ਹੈ ਕਿ ਪ੍ਰਾਈਮ ਮਿਨਿਸਟਰ ਦੇ ਆਫਿਸ, ਪ੍ਰਾਈਮ ਮਿਨਿਸਟਰ ਜੀ ਦਾ ਹੈੱਡ ਹੋਏਗਾ, ਇੱਕ ਐਜੂਕੇਸ਼ਨ ਕਮਿਸ਼ਨ ਬਣੇਗਾ, ਜਿਹੜੇ ਐਜੂਕੇਸ਼ਨ ਕਮਿਸ਼ਨ ਦੇ ਅੰਬਰੇਲਾ ਦੇ ਥੱਲੇ ਬਾਕੀ ਦੀਆਂ ਚੀਜ਼ਾਂ ਫਿਰ ਉਹਨਾਂ ਨੂੰ ਦੇਖ ਰੇਖ ਹੋਏਗੀ, ਉਹਨਾਂ ਨੂੰ ਦੇਖਿਆ ਜਾਏਗਾ ਜਾਂ ਉਹਨਾਂ ਨੂੰ ਸੰਚਾਲਿਤ ਕੀਤਾ ਜਾਏਗਾ ਇੱਕ ਤਰੀਕੇ ਦੇ ਨਾਲ। ਔਰ ਉਹਦੇ ਚ ਜਿਹੜਾ ਇੱਕ ਫੈਡਰਲ ਜਿਹੜਾ ਸਿਲੇਬਸ ਬਣਾਉਣ ਦਾ ਸਕੂਲ ਬੋਰਡਾਂ ਦਾ ਰਾਈਟ ਸੀ, ਡਿਫਰੈਂਟ ਟਾਈਪ ਦੀਆਂ ਹੋਰਾਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੀ ਇਨਵੋਲਵਮੈਂਟ ਸੀ, ਉਹਨੇ ਇਹਨੂੰ ਸੈਂਟਰਲਾਈਜੇਸ਼ਨ ਵੱਲ ਮਤਲਬ ਲੈ ਕੇ ਜਾ ਰਿਹਾ ਬੜੀ ਬੁਰੀ ਤਰ੍ਹਾਂ ਬਾਕੀ ਦੇ ਸੂਬਿਆਂ ਦੀ ਤਰ੍ਹਾਂ। ਸੈਕੰਡ ਗੱਲ ਇਹਦੇ ਵਿੱਚ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਿਲਾ ਕੋਠਾਰੀ ਕਮਿਸ਼ਨ ਬਣਿਆ, ਜਿਹੜੀ 64 ਤੋਂ 66 ਤੱਕ ਦਾ ਇੱਕ ਦੌਰ ਦਾਇਰਾ ਸੀ 2 ਸਾਲ ਦਾ, ਤੇ 68 ਦੇ ਵਿੱਚ ਉਹ ਪਾਲਿਸੀ ਉਹਦੇ ਰਿਕਮੈਂਡੇਸ਼ਨ ਦੇ ਮੁਤਾਬਕ ਐਜੂਕੇਸ਼ਨ ਪਾਲਿਸੀ ਬਣੀ ਸੀ। ਇੱਕ ਗੱਲ ਜਿੰਨੀਆਂ ਵੀ ਪਾਲਿਸੀਆਂ ਚ 86 ਚ ਬਣੀ, 92 ਚ ਅਮੈਂਡਮੈਂਟ ਹੋਈ ਤੇ ਹੁਣ ਵੀ ਬਣੀ, 6% GDP ਦਾ ਖਰਚ ਕਰਾਂਗੇ, ਪਰ ਕਦੇ ਨਹੀਂ ਕੀਤਾ। ਗਵਰਨਮੈਂਟ ਆਫ ਇੰਡੀਆ 1% ਤੋਂ ਵੀ ਲੈਸ ਕਰ ਰਹੀ ਹੈ ਖਰਚ ਆਪਣੀ GDP ਦਾ। ਪਰ ਇਹਦੇ ਨਾਲ ਨਾਲ ਇਹ ਹੈ ਕਿ ਇਸ ਨੇ ਪਹਿਲੇ ਕਮਿਸ਼ਨ ਨੇ ਇਹ ਨਹੀਂ ਸੀ ਕੀਤਾ, 1986 ਵਾਲੀ ਨੇ ਇਕੁਅਲ ਐਜੂਕੇਸ਼ਨ ਦੇ ਜਿਹੜੇ ਕਨਸੈਪਟ ਨੂੰ ਕੋਰਾ ਲਾਇਆ ਬਹੁਤ ਜ਼ਿਆਦਾ, ਤੇ 92 ਨੇ ਉਦੋਂ ਜ਼ਿਆਦਾ, ਤੇ ਇਹਨੇ ਟੋਟਲੀ ਉਹਨੂੰ ਮਤਲਬ ਇੱਕ ਟਾਈਪ ਦਾ ਲੈਜੀਟੀਮੇਸੀ ਦੇਤੀ ਹੈ। ਜਿਵੇਂ ਕੋਠਾਰੀ ਕਮਿਸ਼ਨ ਇਹ ਕਹਿੰਦਾ ਸੀ ਕਿ ਘੱਟੋ ਘੱਟ ਬਰਾਬਰ ਦੀ ਵਿਦਿਆ ਤੋਂ ਬਿਨਾਂ ਤੁਸੀਂ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ, ਜੇ ਕਰੋਗੇ ਤਾਂ ਉਹ ਫਰਾਡ ਸਾਬਤ ਹੋਏਗਾ। ਔਰ ਐਜੂਕੇਸ਼ਨ ਦੇ ਵਿੱਚ ਹੁਣ ਜਿਹੜਾ ਇੱਕ ਪ੍ਰਾਈਵੇਟ ਐਜੂਕੇਸ਼ਨ ਦਾ ਟਰਨ ਉਸ ਲੈਵਲ ਤੇ ਚੱਲਿਆ ਇੱਕ ਦੌਰ ਬੜੇ ਵੱਡੇ ਪੱਧਰ ਤੇ ਦੂਜੇ ਪਾਸੇ ਸਰਕਾਰੀ ਸਕੂਲ। ਆਪਾਂ ਸਭ ਜਾਣਦੇ ਹਾਂ, ਪ੍ਰੈਕਟੀਕਲ ਹਕੀਕਤ ਇਹ ਹੈ ਸਾਡੇ ਕੋਲ, ਜੇ ਪੰਜਾਬ ਦੀ ਵੀ ਗੱਲ ਲਈਏ ਬਾਕੀ ਛੱਡ ਦਿੱਤਾ ਜਾਏ, ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਹੁਣ ਕੇਵਲ ਦਲਿਤਾਂ ਦੇ ਤੇ ਬਹੁਤ ਗਰੀਬ ਵਰਗ ਦੇ ਬੱਚੇ ਨੇ, ਬਾਕੀ ਬੱਚੇ ਸ਼ਿਫਟ ਹੋ ਚੁੱਕੇ ਨੇ ਬਾਕੀ ਹੋਰਾਂ ਮਾਮਲਿਆਂ ਦੇ ਵਿੱਚ। ਇਹ ਪਾਲਿਸੀ ਨਾ ਕੋਠਾਰੀ ਕਮਿਸ਼ਨ ਨੂੰ ਰਿਪਰੈਜ਼ੈਂਟ ਕਰਦੀ ਹੈ, ਨਾ 18 ਅਗਸਤ 2000 ਦੀ ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ। मीर सिंह जी आपकी तो म्यूट हो गया। वीर जी अपॉर्चुनिटी वाली नहीं हो सकती किसी भी रूप ਦੇ ਵਿੱਚ। ਔਰ ਇਹਨੇ ਫਾਰਮਲਾਈਜ਼ ਕਰਤਾ ਕਿ ਪ੍ਰਾਈਵੇਟ ਸਕੂਲ ਰਹਿਣਗੇ। ਔਰ ਉਹਦੇ ਚ ਵੀ ਨਾਲ ਇਹ ਹੈ ਕਿ ਇਦੋਂ ਪਹਿਲਾਂ ਘੱਟੋ ਘੱਟ ਇੱਕ ਫੀਸਾਂ ਦਾ ਸੈਟਅਪ ਦੇ ਵਿੱਚ ਸੀ ਵੀ ਗਵਰਨਮੈਂਟ ਜੱਜ ਆਏ, ਈਵਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜਮੈਂਟ ਦੇ ਆਧਾਰ ਤੇ ਇੱਕ ਕਮੇਟੀ ਵੀ ਬਣੀ ਸੀ, ਜਿਹਦੇ ਚ ਪਹਿਲਾਂ ਜਸਟਿਸ ਅਮਰਦੱਤ ਸੀਗੇ ਤੇ ਫਿਰ ਜਸਟਿਸ ਰਣਜੀਤ ਸਿੰਘ ਸੀਗੇ ਉਹਦੇ ਚੇਅਰਮੈਨ, ਤੇ ਬਾਕੀ ਦੇ ਵੀ ਕੁਝ ਹੋਰ ਮੈਂਬਰ ਵੀ ਸ਼ਾਮਲ ਸੀ। ਉਹਨਾਂ ਨੇ ਇੱਕ ਡਿਸਾਈਡ ਕੀਤਾ ਸੀ ਕਿ ਇੰਨੇ % ਤੋਂ ਵੱਧ ਪ੍ਰਾਈਵੇਟ ਨਹੀਂ ਲੈ ਸਕਦੇ ਤੇ ਇੱਕ ਐਕਟ ਬਣਨਾ ਚਾਹੀਦਾ, ਤੇ ਉਹ ਐਕਟ ਦੇ ਤਹਿਤ ਰੈਗੂਲਰਾਈਜ਼ ਹੋਣੀਆਂ ਚਾਹੀਦੀਆਂ ਨੇ ਜਿੰਨੀਆਂ ਵੀ ਟੋਟਲ ਫੀਸਾਂ ਨੇ। ਇਸ ਪਾਲਿਸੀ ਨੇ ਕਰ ਦਿੱਤਾ ਗਿਆ ਕਿ 50% ਤੋਂ ਜ਼ਿਆਦਾ ਰੈਗੂਲਰਾਈਜ਼ ਨਹੀਂ ਹੋਣਗੀਆਂ ਜਿਹੜੀਆਂ ਫੀਸਾਂ ਨੇ, ਤੇ ਬਾਕੀ ਉਹ ਆਪਣਾ ਉਹ ਟਰਾਂਸਪੇਰੈਂਟ ਕਰ ਦਾਂਗੇ ਜੀ, ਇਹਨੂੰ ਜਵਾਬਦੇਹ ਬਣਾ ਦਾਂਗੇ, ਆਪਣੇ ਬੋਰਡ ਤੇ ਪਾ ਦੇਣਗੇ, ਆਪਣੇ ਨੈਟ ਤੇ ਪਾ ਦੇਣਗੇ, ਆਪਣੀ ਵੈਬਸਾਈਟ ਤੇ ਪਾ ਦੇਣਗੀਆਂ ਫੀਸਾਂ। ਪਰ ਕਿੰਨੀਆਂ ਫੀਸਾਂ ਹੋਣਗੀਆਂ ਤੇ ਕਿਵੇਂ ਵਸੂਲਣੀਆਂ ਨੇ, ਇਹ ਬਹੁਤ ਵੱਡਾ ਕੁਐਸਚਨ ਹੈ, ਤੇ ਇਹਨੂੰ ਫ੍ਰੀ ਹੈਂਡ ਦਿੱਤਾ ਹੈ ਜਿਹੜਾ ਇਸ ਪਾਲਿਸੀ ਨੇ ਕਮਰਸ਼ੀਅਲਾਈਜੇਸ਼ਨ ਆਫ ਐਜੂਕੇਸ਼ਨ ਨੂੰ, ਵਪਾਰੀਕਰਨ ਦਾ ਜਿਹੜਾ ਇੱਕ ਦੌਰ ਹੈ। ਇਹਦਾ ਮਤਲਬ 2 ਖੇਮੇ ਬਣੇ ਰਹਿਣਗੇ, ਔਰ 2 ਖੇਮਿਆਂ ਦੇ ਵਿੱਚੋਂ ਵੀ ਇੱਕ ਪਿੱਛੇ ਤਾਂ ਅਸੀਂ ਨਕਲ ਇਸ ਪਾਸੇ ਮਾਰ ਰਹੇ ਹਾਂ, ਸਾਨੂੰ ਇਹ ਐਜੂਕੇਸ਼ਨ ਪਾਲਿਸੀ ਉਸ ਪਾਸੇ ਲੈ ਜਾ ਰਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਵਰਗਾ ਬਣਾਉਣਾ। ਪ੍ਰਾਈਵੇਟਾਈਜੇਸ਼ਨ ਦੀ ਜਿਹੜੀ ਸੋਚ ਜਿਹੋ ਜਿਹਾ ਸਮਾਜ ਸਿਰਜ ਰਹੀ ਹੈ, ਤੇ ਜੇ ਇਹਨਾਂ ਨੂੰ ਵੀ ਉਹੋ ਜਿਹੀ ਬਣਾਉਣਾ ਤਾਂ ਇਹਦਾ ਮਤਲਬ ਮੈਨੂੰ ਲੱਗਦਾ ਕਿ ਉਹ ਜਿਹੜਾ ਵਿਦਿਆ ਵਿਚਾਰੀ ਤੇ ਪਰਉਪਕਾਰੀ ਦਾ ਜਿਹੜਾ ਕਨਸੈਪਟ ਹੈ ਉਹ ਕਿਤੇ ਨਾ ਕਿਤੇ ਖੋ ਜਾਏਗਾ, ਰੁੜ ਜਾਏਗਾ, ਤੇ ਘੱਟੋ ਘੱਟ ਉਹਦੀ ਗੱਲ ਹੋਣੀ ਵੀ ਬੰਦ ਜਦੋਂ ਫਾਰਮਲਾਈਜ਼ ਤਰੀਕੇ ਦੇ ਨਾਲ ਅਸੀਂ ਇਹ ਗੱਲ ਕਰਦੇ ਹਾਂ ਹੋ ਜਾਏ। ਔਰ ਇਹਨਾਂ ਨੇ ਇੱਕ ਨਵੀਂ ਟਰਮ ਕੱਢ ਲਈ ਹੈ ਕਿ ਪਹਿਲਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 3P ਦਾ ਜਿਹੜਾ ਸੈਟਅਪ ਚੱਲਿਆ ਸੀ, ਹੁਣ ਵਿਚਾਰਲੀ P ਦਾ ਮਾਨਾ ਬਦਲਿਆ, ਇਕੱਲਾ ਉਹਨੂੰ ਪ੍ਰਾਈਵੇਟ ਦੀ ਬਜਾਏ ਫਿਲੈਂਥ੍ਰੋਪ ਕਹਿਤਾ ਕਿ ਉਹ ਜਿਹੜੇ ਦਾਨੀ ਸੱਜਣ ਵਿੱਚ ਆਉਣਗੇ। ਆਪਣੇ ਕੋਲ ਪੰਜਾਬ ਦੇ ਵਿੱਚ ਆਦਰਸ਼ ਸਕੂਲਾਂ ਦਾ ਇੱਕ ਮਾਡਲ ਹੈ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਮਿਨਿਸਟਰੀ ਨੇ ਇਹ ਗੱਲ ਕੀਤੀ ਸੀ ਕਿ ਜੇ ਆਦਰਸ਼ ਸਕੂਲ ਨੂੰ ਜ਼ਮੀਨ ਪੰਚਾਇਤ ਤੋਂ ਲੈ ਦਾਂਗੇ ਜਿਹੜੀ ਫ੍ਰੀ ਹੋਏਗੀ, ਤੇ ਉਹਦੇ ਚ ਸਕੂਲ ਅਸੀਂ ਬਣਾ ਕੇ ਦੇ ਦਾਂਗੇ, ਇਹ ਕਾਰਪੋਰੇਟ ਜਾਂ ਵੱਡੀ ਕੰਪਨੀ ਦੇ ਹਵਾਲੇ ਕਰ ਦਾਂਗੇ, ਤੁਸੀਂ ਇਹ ਚੰਗੇ ਤਰੀਕੇ ਦੇ ਨਾਲ ਸਕੂਲ ਚਲਾਓ, ਹਰ ਬਲਾਕ ਵਿੱਚ ਬਣੂਗਾ ਆਦਰਸ਼। ਔਰ ਪਿਛਲੇ 8-10 ਸਾਲਾਂ ਦੇ ਵਿੱਚ ਮਰ ਚੁੱਕੇ ਨੇ ਸਕੂਲ,
ਕਿਉਂਕਿ ਕੋਈ ਵੀ ਵਿਦਆਊਟ ਪ੍ਰੋਫਿਟ ਸਕੂਲ ਚਲਾਉਣਾ ਨਹੀਂ ਚਾਹੁੰਦਾ। ਉਹਨਾਂ ਨੂੰ ਕੇਵਲ ਇਹ ਸੀ ਵੀ ਤੁਸੀਂ ਨੋ ਪ੍ਰੋਫਿਟ ਨੋ ਲਾਸ ਤੇ, ਹਾਲਾਂਕਿ ਉਹਨਾਂ ਨੇ ਆਪਣੀ CSR ਚੋਂ ਚਲਾਉਣਾ ਸੀ, ਜਿਹੜਾ ਕਿ ਐਕਟ ਬਣਿਆ ਹੋਇਆ ਕੰਟਰੀ 'ਚ ਕਿ 2% ਮੁਨਾਫੇ ਦਾ ਤੁਸੀਂ ਕਿਤੇ ਨਾ ਕਿਤੇ ਲੋਕ ਭਲਾਈ ਤੇ ਖਰਚ ਕਰਨਾ। ਇਹਦੇ ਬਾਵਜੂਦ ਉਹ ਸਕੂਲ ਪ੍ਰਚਲਿਤ ਨਹੀਂ ਹੈ, ਕਿਉਂਕਿ ਕਾਰਪੋਰੇਟ ਦਾ ਲੌਜਿਕ ਪ੍ਰੋਫਿਟ ਹੈ। ਉਹ ਤੋਂ ਤੁਸੀਂ ਦਾਨੀ ਸੱਜਣਾ ਦੀ ਤਰ੍ਹਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਚਲਵਾਉਣ ਦੀ ਗੱਲ ਕਰਦੇ ਹੋ, ਉਹ ਅਲੱਗ ਗੱਲ ਹੈ, ਉਹ ਸੰਭਵ ਨਹੀਂ ਹੈ ਉਸ ਪੱਧਰ ਦੇ ਉੱਤੇ। ਔਰ ਇੱਕ ਹੋਰ ਜਿਹੜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਕਿ ਐਜੂਕੇਸ਼ਨ ਦੇ ਵਿੱਚ ਇੱਕ ਗੱਲ ਠੀਕ ਹੈ ਕਿ ਕੀਤੀ ਹੈ, ਇਹ ਪੋਜ਼ਿਟਿਵ ਗੱਲ ਵੀ ਇੰਨੀ ਹੈ ਕਿ ਤੁਸੀਂ ਅਜੇ ਮੈਨੂੰ ਤਾਂ ਲੱਗਦਾ ਹੈ ਕਿ ਡਿਬੇਟੇਬਲ ਦੁਨੀਆ 'ਚ ਗੱਲ ਹੋ ਰਹੀ 3 ਤੋਂ 5 ਸਾਲ ਦੇ ਤੱਕ ਦੇ ਜਿਹੜੇ ਬੱਚੇ ਨੇ ਉਹ ਪ੍ਰੀ ਪ੍ਰਾਇਮਰੀ ਨਾਰਮਲ ਸਕੂਲਾਂ 'ਚ ਸ਼ਾਮਲ ਹੋ ਜਾਣਗੇ। ਔਰ ਸ਼ਾਇਦ ਇਹ ਸਾਡੇ ਕਲਚਰ ਦੇ ਮੁਤਾਬਕ ਉਹ ਵੀ ਗੱਲ ਠੀਕ ਹੈ ਕਿ ਨਹੀਂ ਹੈ, ਕਿਉਂਕਿ ਸਾਡੇ ਕਲਚਰ 'ਚ ਅੱਜ ਤੱਕ ਇੱਕ ਡਿਬੇਟ ਰਹੀ ਹੈ। ਅੱਜ ਤੱਕ ਐਜੂਕੇਸ਼ਨਿਸਟ ਕਹਿ ਰਹੇ ਨੇ ਕਿ ਬੱਚੇ ਨੂੰ 5 ਜਾਂ 6 ਸਾਲ ਦਾ ਸਕੂਲ ਲੱਗੇਗਾ ਤਾਂ ਉਹ ਠੀਕ ਠਾਕ ਗਰੋ ਕਰਦਾ ਹੈ ਤੇ ਸਾਰੀਆਂ ਭਾਸ਼ਾਵਾਂ 'ਚ ਵੀ ਕਰਦਾ। ਬਹੁਤ ਵੱਡੇ ਵਿਦਵਾਨ ਵੀ ਪੈਦਾ ਹੋਏ ਨੇ ਇਹ ਤੋਂ ਪਹਿਲਾਂ ਔਰ ਸਾਰੀਆਂ ਚੀਜ਼ਾਂ ਗ੍ਰਾਸਪ। ਜਿਹੜਾ ਮੁਕਾਬਲੇਬਾਜ਼ੀ ਦਾ ਸਵਾਲ ਹੈ ਕਿ ਛੋਟੇ ਬੰਦੇ ਨੂੰ ਇਹ ਸਭ ਕੁਝ ਸਿਖਾ ਦੇਣ ਦਾ ਜਿਹੜਾ ਇੱਕ ਤੌਰ ਉਹ ਕਿੰਨਾ ਸਾਰਥਕ ਰਹੇਗਾ ਤੇ ਇਹ ਇੱਕ ਅਲੱਗ ਸਵਾਲ ਹੈ। ਪਰ ਇਹਨੂੰ ਮੰਨਿਆ ਜਾਂਦਾ ਕਿ ਚਲੋ ਉਹ ਬੱਚਿਆਂ ਨੂੰ ਵੀ ਮਤਲਬ ਕਿਸੇ ਇਕੱਲੇ ਆਂਗਣਵਾੜੀ ਦਾ ਸਵਾਲ ਨੂੰ ਉਹਨੂੰ ਫਾਰਮਲ ਐਜੂਕੇਸ਼ਨ 'ਚ ਲੈ ਆਏ ਤੇ ਇੱਕ 18 ਸਾਲ ਤੱਕ ਤੁਸੀਂ ਕਰਤੀ ਹੈ, 14 ਤੋਂ ਵਧਾ ਕੇ 18 ਸਾਲ। ਪਰ RTE ਐਕਟ ਦੀਆਂ ਜਿਹੜੀਆਂ ਕੁਝ ਪ੍ਰਾਪਤੀਆਂ ਜਾਂ ਕੁਝ ਚੰਗੇ ਪੱਖ ਸੀ, ਇਸ ਪਾਲਿਸੀ ਨੇ ਉਹਨਾਂ ਨੂੰ ਲੂਜ਼ ਕਰਤਾ ਹੈ ਬਹੁਤ ਬੁਰੀ ਤਰ੍ਹਾਂ। ਜਿਵੇਂ RTE ਪਾਲਿਸੀ ਦੇ ਵਿੱਚ ਇਹ ਸੀ ਕਿ ਜਿਹੜਾ ਘੱਟੋ ਘੱਟ ਪ੍ਰਾਇਮਰੀ ਸਕੂਲ ਹੈ ਉਹ 'ਚ ਹੈਡਮਾਸਟਰ ਦੇ ਕਮਰੇ ਤੋਂ ਬਿਨਾਂ ਜਿੰਨੀਆਂ ਕਲਾਸਾਂ ਨੇ ਉਹਨੇ ਕਮਰੇ ਚਾਹੀਦੇ ਨੇ, ਜਿੰਨੀਆਂ ਕਲਾਸਾਂ ਨੇ ਉਹਨੇ ਟੀਚਰ ਚਾਹੀਦੇ ਨੇ, ਜਿੰਨੀਆਂ ਬਾਕੀ ਦੀਆਂ ਚੀਜ਼ਾਂ ਨੇ ਇਨਫਰਾਸਟ੍ਰਕਚਰ ਸਾਰਾ ਗਾਈਡਡ ਹੈ। ਤੇ ਇਹਦੇ 'ਚ ਬਿਲਕੁਲ ਹੀ ਉਹ ਕੰਮ ਛੱਡ ਦਿੱਤਾ ਗਿਆ। ਇਹ ਕਹਿੰਦੇ ਨੇ ਕਿ ਟੀਚਰ ਹੋਵੇ ਠੀਕ ਹੈ ਜੀ, ਇਨਫਰਾਸਟ੍ਰਕਚਰ ਐਡੇ ਮਾਨੇ ਨਹੀਂ ਰੱਖਦਾ, ਬਾਕੀ ਚੀਜ਼ਾਂ ਐਡੇ ਮਾਨੇ ਨਹੀਂ ਰੱਖਦੀਆਂ, ਉਹ ਚੀਜ਼ਾਂ ਖਤਮ ਹੋ ਗਈਆਂ। RTE 'ਚ ਇੱਕ ਹੋਰ ਫੋਕਸ ਸੀ ਕਿ ਜਿਹੜੇ ਵੀ ਪ੍ਰਾਈਵੇਟ ਸਕੂਲ ਘੱਟੋ ਘੱਟ ਹੋਣਗੇ ਉਹ 25% ਗਰੀਬ ਤੇ ਦਲਿਤ ਬੱਚਿਆਂ ਨੂੰ ਐਡਮਿਸ਼ਨ ਦੇਣਗੇ ਤੇ ਉਹਦੇ 'ਚ ਉਹ ਕਰਨਗੇ। ਹਾਲਾਂਕਿ ਉਹ ਇੰਪਲੀਮੈਂਟ ਕਿੰਨਾ ਹੋਇਆ ਉਹ ਅਲੱਗ ਸਵਾਲ ਹੈ, ਘੱਟ ਇੰਪਲੀਮੈਂਟ ਹੋਇਆ, ਉਸ ਪੱਧਰ ਤੇ ਇੰਪਲੀਮੈਂਟ ਨਹੀਂ ਹੋਇਆ। ਪਰ ਇਹਨੂੰ ਪਾਲਿਸੀ ਲੈਵਲ ਤੇ ਹੀ ਛੱਡ ਦਿੱਤਾ ਗਿਆ ਕਿ ਇਹੋ ਜੀ ਕੋਈ ਬੰਦਸ਼ ਹੋਏਗੀ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨ ਤੇ, ਪ੍ਰਾਈਵੇਟ ਸਕੂਲਾਂ ਤੇ ਜਾਂ ਬਾਕੀ ਤੇ ਕਿ ਇਹਨੂੰ ਅਸੀਂ ਉਹ ਜਿਹੜੇ ਗਰੀਬਾਂ ਦੇ ਬੱਚੇ ਵੀ ਨੇ ਉਹਨਾਂ ਨੂੰ ਤੁਸੀਂ ਪੜ੍ਹਨ ਲਾਓਗੇ ਜਾਂ ਉੱਥੇ ਤੁਹਾਡੀ ਜ਼ਰੂਰੀ ਹੋਏਗੀ। ਇਸ ਕਰਕੇ ਮੈਨੂੰ ਲੱਗਦਾ ਕਿ ਉਹ ਜਿਹੜਾ ਇੱਕ RTE ਦੇ ਵਿੱਚ ਵੀ ਬੜੇ ਲੰਮੇ ਸਮੇਂ ਬਾਅਦ ਰਾਈਟ ਟੂ ਫੰਡਾਮੈਂਟਲ ਰਾਈਟ ਦੇ ਐਂਗਲ ਤੋਂ ਆਇਆ ਸੀਗਾ, ਇਹਦੇ ਚੋਂ ਉਹ ਕਮਜ਼ੋਰ ਹੋ ਜਾਏਗਾ ਉਹ ਸਾਰੇ ਪੱਖਾਂ ਦੇ ਉੱਤੋਂ ਜਿਹੜੀ ਪਾਲਿਸੀ ਕਰਦੀ ਹੈ। ਤੇ ਇੱਕ ਹੋਰ ਸਵਾਲ ਜਿਹੜਾ ਐਡਰੈਸ ਕਰਨ ਵਾਲਾ ਸਾਡੇ ਕੰਟਰੀ ਦੀ ਹਕੀਕਤ ਦੇ ਮੁਤਾਬਕ ਉਹ ਟੀਚਰਾਂ ਤੋਂ ਲੈ ਕੇ ਸਾਰੇ ਸਟਾਫ ਤੋਂ ਲੈ ਕੇ ਤੇ ਵਿਦਿਆਰਥੀਆਂ ਤੱਕ ਰਿਜ਼ਰਵੇਸ਼ਨ ਦਾ ਕੁਐਸਚਨ ਹੈ। ਜਿਹੜਾ ਇਹ ਪਾਲਿਸੀ ਰਿਜ਼ਰਵੇਸ਼ਨ ਦੇ ਕੁਐਸਚਨ ਨੂੰ ਐਡਰੈਸ ਹੀ ਨਹੀਂ ਕਰਦੀ ਕਿਸੇ ਵੀ ਰੂਪ ਦੇ ਵਿੱਚ। ਔਰ ਰਿਜ਼ਰਵੇਸ਼ਨ ਦਾ ਕੁਐਸਚਨ ਐਡਾ ਵੱਡਾ ਕੁਐਸਚਨ ਸਾਡੇ ਕੰਟਰੀ 'ਚ ਹਮੇਸ਼ਾ ਹੀ ਰਹਿੰਦਾ ਹਰ ਮਾਮਲੇ ਦੇ ਵਿੱਚ। ਤੇ ਇਸ ਕਰਕੇ ਜਦੋਂ ਤੁਸੀਂ ਐਡਰੈਸ ਹੀ ਨਹੀਂ ਕਰ ਰਹੇ ਉਸ ਇੱਕ ਐਡੇ ਵੱਡੇ ਟੌਪਿਕ ਨੂੰ ਤਾਂ ਇਹਦਾ ਮਤਲਬ ਕੀ ਹੈ ਕਿ ਤੁਸੀਂ ਉਹ ਤੋਂ ਬਾਈਪਾਸ ਹੋ ਕੇ ਜਾਣਾ ਚਾਹੁੰਦੇ ਹੋ। ਤੁਸੀਂ ਕੇਵਲ ਰੋਲ ਜਿਹੜੀ RSS ਦੀ ਉਹ ਪਾਲਿਸੀ ਹੈ ਔਨ ਮੈਰਿਟ, ਜੇ ਤੁਹਾਡੇ ਮੰਡਲ ਕਮਿਸ਼ਨ ਦੇ ਮਾਮਲੇ ਤੇ ਵੀ ਅਪਰੋਚ ਯਾਦ ਹੋਵੇ ਜੋ RSS ਨੇ ਜਿਸ ਲੈਵਲ ਦਾ ਅੰਦੋਲਨ ਉਸ ਲੈਵਲ ਤੇ ਚਲਾਇਆ ਸੀ, ਮੈਰਿਟ ਬੇਸਡ ਜਾਂ ਉਸ ਲੈਵਲ ਦਾ ਅਲੱਗ ਟਾਈਪ ਦਾ। ਮੈਰਿਟ ਬਹੁਤ ਜ਼ਰੂਰੀ ਹੈ ਪਰ ਮੈਰਿਟ ਦੇ ਵਿੱਚ ਵੀ ਜਿਹੜੇ ਪਛੜੇ ਹੋਏ ਸਦੀਆਂ ਤੋਂ ਵਰਗ ਨੇ ਜਾਂ ਬਾਕੀ ਦੇ ਲੋਕ ਨੇ ਜਾਂ ਗਰੀਬ ਹੁਣ ਵੀ ਰਹਿ ਗਏ ਨੇ ਉਹਨਾਂ ਨੂੰ ਨਾਲ ਕੈਰੀ ਕਿਵੇਂ ਕਰਨਾ, ਇਹ ਜੇ ਪਾਲਿਸੀ ਦੇ ਜਿਹਨ ਚੋਂ ਬਾਹਰ ਹੋਏਗਾ ਤਾਂ ਉਹ ਪਾਲਿਸੀ ਕਿਹੜੀ ਹੋਏਗੀ ਜਿਹੜੀ ਸਮਾਜ ਨੂੰ ਇਕਸੁਰ ਕਰ ਪਾਏਗੀ ਜਾਂ ਸਮਾਜ ਨੂੰ ਬਿਹਤਰ ਤਰੀਕੇ ਦੇ ਨਾਲ ਲੈ ਕੇ ਜਾਏ। ਤੇ ਇਹ ਸਕੂਲ ਐਜੂਕੇਸ਼ਨ ਦੀਆਂ ਕਈ ਗੱਲਾਂ ਨੇ, ਕਿਉਂਕਿ ਪੁਆਇੰਟ ਕਾਫੀ ਨੇ, ਸਕੂਲ 'ਚ ਵੀ ਹੋਰ ਡਿਸਕਸ ਹੋ ਸਕਦੇ ਨੇ, ਪਰ ਮੈਨੂੰ ਲੱਗਦਾ ਜੇ ਹਾਇਰ ਐਜੂਕੇਸ਼ਨ ਦਾ ਇੱਕ ਕੰਪੋਨੈਂਟ ਵੀ ਇਹਦੇ 'ਚ ਉਨਾ ਹੀ ਜ਼ਰੂਰੀ ਹੈ ਜਿਹੜਾ ਜੇਕਰ ਉਸ ਪੱਧਰ ਦੇ ਉੱਤੇ ਆਪਾਂ ਕਰੀਏ। ਤੇ 5 ਮਿੰਟ ਉਹਦੇ 'ਚ ਬਚਦੇ ਨੇ 20 ਮਿੰਟ 'ਚ, ਇਸ ਲਈ ਮੈਂ ਉਹਦੇ 'ਚ ਹਾਇਰ ਐਜੂਕੇਸ਼ਨ ਤੁਹਾਡੇ ਨਾਲ ਉਹਨੇ ਸਮੇਂ 'ਚ ਡਿਸਕਸ ਕਰਨ ਦੀ ਗੱਲ ਕਰਾਂ। ਹਾਇਰ ਐਜੂਕੇਸ਼ਨ ਦੇ ਮਾਮਲੇ 'ਚ ਮੈਨੂੰ ਇਹ ਲੱਗਦਾ ਕਿ ਟੋਟਲੀ ਵੈਸਟਰਨ ਅਸੀਂ ਨਕਲ ਮਾਰ ਰਹੇ ਹਾਂ। ਹਿਸਟੋਰੀਕਲੀ ਇੱਕ ਫੈਕਟਰ ਵੱਖਰਾ ਵੀ ਹੁੰਦਾ ਉਹ ਟਾਈਪ ਦਾ। ਇੱਕ ਤਾਂ ਗੋਲ ਹੀ ਵੈਸੇ ਹੀ ਮੈਨੂੰ ਲੱਗਦਾ ਕਿ ਅਨਰੀਅਲਿਸਟਿਕ ਗੋਲ ਹੈ ਕਿ 2050 ਤੱਕ ਅਸੀਂ 35 ਤੱਕ ਅਸੀਂ 50% ਲੋਕਾਂ ਨੂੰ ਹਾਇਰ ਐਜੂਕੇਸ਼ਨ ਦੇ ਦੇਣੀ ਹੈ, ਜਿਹੜੀ ਹੁਣ 26%। ਹਾਲਾਂਕਿ 26% ਵੀ ਨਹੀਂ ਹੈ ਐਕਚੁਅਲੀ। ITI ਟੈਕਨੀਕਲ ਡਿਪਲੋਮਾ ਡਿਗਰੀਆਂ ਕਰਨਾ ਕੋਈ ਹਾਇਰ ਐਜੂਕੇਸ਼ਨ ਦਾ ਉਸ ਪੱਧਰ ਦਾ ਮਤਲਬ ਸਿਸਟਮ ਨਹੀਂ ਹੈ ਪੂਰੇ ਤੌਰ ਤੇ ਬਣਦਾ, ਪਰ ਉਹ ਅਨਅਚੀਵੇਬਲ ਜਾਂ ਗੋਲ ਹੈ। ਠੀਕ ਹੈ ਕਹਿ ਦਿਓ ਤੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਦੂਜਾ ਪ੍ਰੈਕਟੀਕਲ ਸਿਚੁਏਸ਼ਨ ਸਾਡੀਆਂ ਯੂਨੀਵਰਸਿਟੀਆਂ ਨੇ ਜਾਂ ਬਾਕੀ ਦੇ ਇਹਨਾਂ ਨੇ ਕਿਹਾ ਕਿ ਓਵਰਆਲ ਜਿਹੜੀਆਂ ਦੇਸ਼ ਦੀਆਂ ਯੂਨੀਵਰਸਿਟੀਆਂ ਨੇ ਉਹ 'ਚ ਇੱਕੋ ਹੀ ਟੈਸਟ ਹੋਇਆ ਕਰੇਗਾ। ਉਹ ਟੈਸਟ ਦੇ ਨਾਲ ਹੀ ਯੂਨੀਵਰਸਿਟੀਆਂ ਦੇ ਵਿੱਚ ਐਂਟਰੈਂਸ ਐਗਜ਼ਾਮ ਹੋਏਗਾ ਕਿ ਬੱਚੇ ਜਾਇਆ ਕਰਨ। ਪਰ ਸਾਡੇ ਕੋਲ ਸਾਡੇ ਦੇਸ਼ 'ਚ ਇੱਕ ਪ੍ਰਤੱਖ ਉਦਾਹਰਣ ਸੀ ਕਿ ਜੇ JNU ਵਗੈਰਾ ਦੇ ਵਿੱਚ ਬੱਚੇ ਵੱਖ-ਵੱਖ ਜਗ੍ਹਾ ਤੋਂ ਆ ਕੇ ਉਹਦਾ ਇੱਕ ਸਿਸਟਮ ਇਹੋ ਜਿਹਾ ਬਣਾਇਆ ਸੀ ਕਿ ਗਰੀਬ ਤੋਂ ਗਰੀਬ, ਟਰਾਈਬਲ ਤੋਂ ਟਰਾਈਬਲ, ਇੱਧਰੋਂ ਉੱਧਰੋਂ ਬੱਚਾ ਆ ਕੇ ਦਾਖਲ ਹੋ ਜਾਂਦਾ ਸੀ।
ਜੇ ਤੁਸੀਂ ਇੱਕੋ ਟੈਸਟ ਆਲ ਇੰਡੀਆ ਲੈਵਲ ਤੇ ਕਰਤਾ ਤਾਂ ਟ੍ਰਾਈਬਲ ਲੋਕ ਜਿੰਨੇ ਨੇ, ਕਬੈਲੀ ਲਗਭਗ 21% ਤੋਂ ਵੱਧ ਪਾਪੂਲੇਸ਼ਨ ਹੈ, ਤੇ ਇਸੇ ਤਰ੍ਹਾਂ ਦਲਿਤ ਫੈਮਿਲੀ, ਖਾਸ ਤੌਰ ਤੇ ਪੇਂਡੂ ਬੱਚਾ ਜਿਹੜਾ ਉਸ ਪੱਧਰ ਤੇ ਆਨਲਾਈਨ ਦੇ ਵਿੱਚ ਜਾਂ ਉਹਦੇ ਚ ਨਹੀਂ ਜਾਂਦਾ, ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੁੰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਈਵਨ ਕੇਵਲ ਆਨਲਾਈਨ ਵੀ ਤੁਸੀਂ ਸਾਰਾ ਕੁਝ ਕਰਦੇ ਹੋ, ਇਹਦੇ ਚ ਪਿੰਡ ਪਛੜਦਾ ਹੈ, ਇਹਦੇ ਚ ਗਰੀਬ ਪਛੜਦਾ ਹੈ, ਇਹਦੇ ਚ ਔਰਤ ਪਛੜਦੀ ਹੈ, ਇਹਦੇ ਚ ਸਾਰੀਆਂ ਚੀਜ਼ਾਂ ਹੀ ਉਸ ਪੱਧਰ ਦੇ ਉੱਤੇ ਹੁੰਦੀਆਂ ਨੇ। ਤੁਹਾਨੂੰ ਨਕਲ ਲਈ ਤੁਹਾਨੂੰ ਆਪਣੀ ਗਰਾਊਂਡ ਰਿਐਲਿਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੋਈ ਪਾਲਿਸੀ ਫਰੇਮਵਰਕ ਜਿਹੜਾ ਇੱਕ ਬਣਾਉਣ ਦੀ ਲੋੜ ਹੈ। ਤੇ ਅਗਲਾ ਸਵਾਲ ਇਹ ਹੈ ਕਿ ਜੀ ਫੋਰਨ ਦੀਆਂ ਟੌਪ 100 ਯੂਨੀਵਰਸਿਟੀ ਨੂੰ ਅਸੀਂ ਸੱਦਾ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕਿ ਉਹ ਯੂਨੀਵਰਸਿਟੀ ਆਏ। ਪਹਿਲਾਂ ਵੀ ਐਨਡੀਏ ਜਿਹੜੀ ਯੂਪੀਏ ਗਵਰਨਮੈਂਟ ਸੀ ਉਹਨੇ ਇੱਕ ਵਾਰ ਟਰਾਈ ਕੀਤੀ ਸੀ, ਤੇ ਜਾਂ ਉਹ 100% ਪ੍ਰੋਫਿਟ ਆਧਾਰਿਤ ਆਉਣਾ ਚਾਹੁੰਦੀਆਂ ਨੇ, ਤੇ ਵੈਸੇ ਕੋਈ ਨਹੀਂ ਆਉਣਾ ਚਾਹੁੰਦਾ ਐਜੂਕੇਸ਼ਨ 'ਚ। ਇੱਕ ਐਗਜ਼ਾਮਪਲ ਮੈਂ ਦਿੰਦਾ, ਇਸੇ ਕੋਰੋਨਾ ਦੇ ਵਿੱਚ ਟਰੰਪ ਨੇ ਇੱਕ ਬਿਆਨ ਦਿੱਤਾ ਕਿ ਜਿੰਨੇ ਵੀ ਆਨਲਾਈਨ ਸਟੱਡੀਜ਼ ਨੇ, ਜਿਹੜੇ ਰੀਅਲੀ ਕਲਾਸ ਨਹੀਂ ਲਾਉਂਦੇ, ਉਹ ਸਾਰੇ ਵਿਦੇਸ਼ੀ ਬੱਚੇ ਵਾਪਸ ਚਲੇ ਜਾਓ, ਬਾਅਦ ਦੇ ਵਿੱਚ ਅਸੀਂ ਮਤਲਬ ਵਾਪਸ ਬੁਲਾ ਲਾਂਗੇ। ਪਰ ਸਵਾਲ ਇਹ ਪੈਦਾ ਹੋਇਆ ਕਿ ਉੱਥੇ ਦੀਆਂ ਯੂਨੀਵਰਸਿਟੀਆਂ ਨੇ ਇੰਨਾ ਵੱਡਾ ਪ੍ਰੋਟੈਸਟ ਕੀਤਾ ਤੇ ਕਾਲਜਾਂ ਨੇ ਪ੍ਰੋਟੈਸਟ ਕੀਤਾ ਕਿ ਇਹ ਕੀ ਕਰ ਰਹੇ ਹੋ ਤੁਸੀਂ। ਕਿਉਂਕਿ ਪਿਛਲੇ ਦਿਨਾਂ 'ਚ ਇੱਕ ਐਕਸਪ੍ਰੈਸ 'ਚ ਆਰਟੀਕਲ ਸੀ ਸੰਜੇ ਬਾਰੂ ਦਾ, ਜਿਹੜਾ ਡਾਕਟਰ ਮਨਮੋਹਨ ਸਿੰਘ ਦਾ ਮੀਡੀਆ ਐਡਵਾਈਜ਼ਰ ਵੀ ਉਦੋਂ ਸੀ। $48 ਬਿਲੀਅਨ ਇੱਕ ਸਾਲ ਦਾ ਕੇਵਲ ਅਮਰੀਕਨ ਯੂਨੀਵਰਸਿਟੀਆਂ 'ਚ ਇੰਟਰਨੈਸ਼ਨਲ ਸਟੂਡੈਂਟਸ ਪੇ ਕਰਦੇ ਨੇ, ਤੇ $13 ਬਿਲੀਅਨ ਕੇਵਲ ਇੰਡੀਆ 'ਚੋਂ ਜਾ ਰਿਹਾ ਹੈ, ਜਿਹੜਾ ਉਹਨਾਂ ਯੂਨੀਵਰਸਿਟੀਆਂ 'ਚ ਉੱਥੇ ਜਾ ਰਿਹਾ। ਇਸ ਲਈ ਉਹ ਕੇਵਲ ਆਨਲਾਈਨ ਸਟੱਡੀ ਦਾ ਕੁਐਸਚਨ ਨਹੀਂ ਹੋਏਗਾ, ਉਹ ਯੂਨੀਵਰਸਿਟੀਆਂ ਦਾ ਸਰਵਾਈਵਲ ਦਾ ਕੁਐਸਚਨ ਹੈ, ਤੇ ਉਹਨਾਂ ਨੂੰ ਫੰਡਿੰਗ ਦਾ ਕੁਐਸਚਨ ਹੈ। ਜੇ ਉਹ ਉਸ ਲੈਵਲ ਤੇ ਆਉਣਗੀਆਂ, ਸਾਡੇ ਅਸ਼ੋਕਾ ਯੂਨੀਵਰਸਿਟੀ ਖੁੱਲੀ ਹੈ ਸਾਡੇ ਨੇੜੇ, ਤਾਂ ਉਸ ਲੈਵਲ ਦਾ ਅਸੀਂ 100% ਯੂਨੀਵਰਸਿਟੀ ਨੂੰ ਸੱਦਾ ਨਹੀਂ ਦਿੱਤਾ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ। 30 ਲੱਖ ਰੁਪਇਆ ਸਿੰਪਲ ਫੀਸ ਹੈ ਜਿਹੜੀ ਆਰਟਸ ਦੀ ਐਮਏ ਕਰਨੀ ਹੋਵੇ, ਜੋ ਵੀ ਮਰਜ਼ੀ ਤੁਸੀਂ ਉਹ ਕਰਨਾ। ਕਿੰਨੇ ਬੱਚੇ ਨੇ ਜਿਹੜੇ ਅਫੋਰਡ ਕਰਨਗੇ ਉੱਥੇ ਜਾਣ ਲਈ? ਇਹਨੂੰ ਜੇ ਐਂ ਉਭਾਰਿਆ ਜਾਏਗਾ ਕਿ ਸਾਰੇ ਲੋਕਾਂ ਦੇ ਫੇਵਰ 'ਚ ਜਾਂ ਇਸ ਤਰੀਕੇ ਨਾਲ ਚਲੇਗੀ, ਮੈਨੂੰ ਲੱਗਦਾ ਕਿ ਕਾਫੀ ਵੱਡਾ ਇੱਕ ਗੈਪ। ਇੱਕ ਹੋਰ ਜਿਹੜਾ ਇੱਕ ਬਹੁਤ ਵੱਡਾ ਸਵਾਲ ਹੈ ਉਹ ਇਹ ਹੈ ਕਿ ਹੁਣ ਤੱਕ ਦੇ ਜਿੰਨੀਆਂ ਕਮੇਟੀਆਂ ਤੇ ਕਮਿਸ਼ਨ ਐਜੂਕੇਸ਼ਨ 'ਚ ਬਣੇ ਨੇ, ਉਹ ਕਹਿੰਦੇ ਨੇ ਕਿ ਪੋਲੀਟੀਕਲ ਤੇ ਬਿਊਰੋਕ੍ਰੈਟਿਕ ਇੰਟਰਫੀਅਰੈਂਸ ਤੋਂ ਐਜੂਕੇਸ਼ਨ ਨੂੰ ਬਾਹਰ ਕਰਨਾ ਚਾਹੀਦਾ, ਉਹਨੂੰ ਫਰੀਡਮ ਦੇਣੀ ਚਾਹੀਦੀ ਹੈ। ਸਾਡੀ ਪਾਲਿਸੀ ਫਰੀਡਮ ਕੀ ਦੇ ਰਹੀ? ਸਾਡੀ ਪਾਲਿਸੀ ਫਰੀਡਮ ਪੋਲਿਟਿਕਸ ਨੂੰ ਬਾਹਰ ਨਹੀਂ ਕਰ ਰਹੀ, ਪੋਲਿਟਿਕਸ ਨੂੰ ਹੋਰ ਘਸੋੜ ਰਹੀ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਉਹ ਹਾਇਰ ਐਜੂਕੇਸ਼ਨ ਦਾ ਹੈਡ ਹੋਏਗਾ, ਤੇ ਉਹਦੇ ਤਹਿਤ ਉਹ ਬੰਦੇ ਜਿਹੜੇ ਨੋਮੀਨੇਟਡ ਬਾਕੀ ਹੋਣਗੇ ਉਹ ਅੱਗੇ ਸਾਰੀ ਐਜੂਕੇਸ਼ਨ ਨੂੰ ਹੇਠਾਂ ਤੋਂ ਉੱਪਰ ਤੱਕ ਦੇਖਣਗੇ। ਡਾਇਰੈਕਟਲੀ ਬਿਊਰੋਕ੍ਰੈਟਿਕ ਕੰਟਰੋਲ ਹੋਏਗਾ ਪੋਲਿਟਿਕਸ। ਔਰ ਇਹਦਾ ਖਮਿਆਜਾ ਅਸੀਂ ਦੇਖ ਚੁੱਕੇ ਹਾਂ। ਹੈਦਰਾਬਾਦ ਯੂਨੀਵਰਸਿਟੀ ਦਾ ਮੁੰਡਾ ਰੋਹਿਤ ਵੈਮੂਲਾ, ਜਿਹੜੇ ਰੋਹਿਤ ਵੈਮੂਲਾ ਨੇ ਇੱਕ ਚਿੱਠੀ ਲਿਖੀ ਕਿ ਮੈਂ ਸਾਇੰਸ ਦਾ ਲੇਖਕ ਬਣਨਾ ਚਾਹੁੰਦਾ ਸੀ, ਪਰ ਪੋਲੀਟੀਕਲ ਇੰਟਰਫੀਅਰੈਂਸ ਨੇ ਮੇਰੀ ਸਕਾਲਰਸ਼ਿਪ ਰੋਕ ਦਿੱਤੀ ਹੈ, ਤੇ ਨਾ ਮੈਂ ਆਪਣੇ ਬੱਚਿਆਂ ਨੂੰ ਨਾ ਆਪਣੀ ਮਾਂ ਨੂੰ ਭੇਜ ਸਕਦਾ ਪਿੱਛੇ, ਤੇ ਨਾ ਮੇਰੇ ਕੋਲ ਕੋਈ ਰੋਟੀ ਹੈ। ਮੈਂ ਹੋਸਟਲ ਚੋਂ ਵੀ ਨਿਕਲ ਆਈ, ਮੈਂ ਸੁਸਾਈਡ ਕਰ ਲਿਆ, ਕਿਉਂਕਿ ਮੇਰੀ ਪਛਾਣ ਜਿਹੜੀ ਹੈ ਉਹ ਕੇਵਲ ਵੋਟ ਤੱਕ ਸੀਮਿਤ ਕਰ ਦਿੱਤੀ ਗਈ ਹੈ। ਐਜ ਏ ਸਿਟੀਜ਼ਨ ਇਸ ਦੇਸ਼ 'ਚ ਮੇਰੀ ਪਛਾਣ ਨਹੀਂ ਬਚੀ ਹੈ ਕਿ ਮੈਨੂੰ ਉਸ ਲੈਵਲ ਦੇ ਮੌਕੇ ਉਸ ਪੱਧਰ ਦੇ ਦਿੱਤੇ। ਔਰ ਇਸੇ ਕਰਕੇ ਦੂਜੀ ਗੱਲ ਇਹ ਹੈ ਕਿ ਇੰਟਰਫੀਅਰੈਂਸ ਅਸੀਂ ਸਗੋਂ ਵਧਾ ਰਹੇ ਹਾਂ ਬਿਊਰੋਕਰੇਟ ਦੀ, ਤਾਂ ਉਹਦੀ ਜਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੱਗਦੇ ਨੇ, ਬਾਕੀ ਦੇਖ ਲਓ। ਪਾਲਿਸੀ ਸਾਡੀ ਕੀ ਕਹਿੰਦੀ ਹੈ ਕਿ ਅਗਲੇ 15 ਸਾਲਾਂ 'ਚ ਅਸੀਂ ਕੀ ਕਰ ਦਾਂਗੇ, ਹਰ ਕਾਲਜ ਨੂੰ ਡਿਗਰੀ ਦੇਣ ਲਾ ਦਾਂਗੇ, ਤੇ ਤੁਸੀਂ ਜਿਹੜੇ ਤਾਂ ਕਾਲਜ ਛੋਟੇ ਰਹਿ ਜਾਣਗੇ 3000 ਤੋਂ ਹੇਠਾਂ ਵਾਲੇ ਐਡਮਿਸ਼ਨ ਵਾਲੇ, ਉਹ ਤਾਂ ਵੈਸੇ ਹੀ ਬੰਦ ਹੋ ਜਾਣਗੇ, ਤੇ ਜਿਹੜੇ ਉਦੋਂ ਵੱਡੀ ਵਾਲੇ ਆਉਣਗੇ ਤਾਂ ਉਹ ਆਪਣਾ ਸਰਟੀਫਿਕੇਟ ਆਪ ਵੰਡਿਆ ਕਰਨਗੇ। ਮਤਲਬ ਅਸੀਂ ਸਰਟੀਫਿਕੇਟਾਂ ਵਾਲੀਆਂ ਦੁਕਾਨਾਂ ਸ਼ੁਰੂ ਕਰ ਰਹੇ ਹਾਂ। ਯੂਨੀਵਰਸਿਟੀਆਂ ਨਾਲ ਐਫੀਲੀਏਟਡ ਕਾਲਜਾਂ ਦਾ ਜਿਹੜਾ ਇੱਕ ਸੈਟਅਪ ਸੀ, ਇੱਕ ਨੈਟਵਰਕ ਸੀ, ਕਾਮਨ ਸਿਲੇਬਸ ਐਜੂਕੇਸ਼ਨ ਦਾ ਇੱਕ ਸਟੈਂਡਰਡਾਈਜੇਸ਼ਨ, ਬਾਕੀ ਦੀਆਂ ਚੀਜ਼ਾਂ ਉਹ ਬਹੁਤ ਬਾਕੀ ਮਤਲਬ ਸਾਈਡਲਾਈਨ ਕਰ ਦਿੱਤਾ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਹਾਇਰ ਐਜੂਕੇਸ਼ਨ ਦੇ ਪੈਟਰਨ ਦੇ ਵਿੱਚੋਂ। ਇਸ ਲਈ ਇਹ ਕਾਫੀ ਵੱਡੇ ਕੁਐਸਚਨ, ਇਹਦੇ ਚ ਫੈਡਰਲਿਜ਼ਮ ਦਾ ਕੁਐਸਚਨ ਇਹਦੇ ਚ ਬਹੁਤ ਵੱਡਾ ਕੁਐਸਚਨ ਹੈ, ਜਿਹੜਾ ਸਟੇਟਾਂ ਦੇ ਰਾਈਟਸ ਦਾ ਸਵਾਲ ਹੈ, ਕਮਰਸ਼ੀਅਲਾਈਜੇਸ਼ਨ ਦਾ ਸਵਾਲ ਇਹਦੇ ਚ ਬਹੁਤ ਵੱਡਾ। ਕਹਿੰਦੇ ਬਾਕੀ ਜੇ ਤੁਸੀਂ ਪੜੋਗੇ, ਜੇ ਕੱਲਾ ਕਨਸੈਪਟ ਤੋਂ ਇਲਾਵਾ, ਸੰਦਰਭ ਤੋਂ ਇਲਾਵਾ ਤਿੰਨੇ ਆਰਡੀਨੈਂਸ ਖੇਤੀ ਵਾਲੇ ਪੜ੍ਹ ਲਓ, ਲੇਮੈਨ ਇੱਕ ਪੜ੍ਹ ਲਿਓ, ਕਹੂਗਾ ਏਦਾਂ ਤਾਂ ਵਧੀਆ ਗੱਲ ਹੈ, ਕਿਉਂਕਿ ਸਾਰੇ ਕਿਤੇ ਕਿਸਾਨ ਦੀ ਖੁਸ਼ਹਾਲੀ ਲਿਖੀ ਪਈ ਹੈ, ਤੇ ਇਸ ਦੇ ਵਿੱਚ ਵੀ ਸਾਰੇ ਕਿਤੇ ਆਮ ਲੋਕਾਂ ਦੀ ਖੁਸ਼ਹਾਲੀ ਲਿਖੀ ਪਈ ਹੈ ਲੇਖਣ ਦੇ ਤੌਰ ਤੇ। ਪਰ ਇੱਕ ਕੰਟੈਕਸਟ ਦੇ ਵਿੱਚ ਜਦੋਂ ਚੀਜ਼ਾਂ ਤੁਸੀਂ ਬਾਚਦੇ ਹੋ, ਤੇ ਉਹ ਲੱਗਦਾ ਹੈ ਮੈਨੂੰ ਕਿ ਇਹਦੇ ਚ ਬਹੁਤ ਵੱਡਾ ਮਤਲਬ ਉੱਧਰ ਨੂੰ ਨਹੀਂ ਜਾ ਰਿਹਾ, ਇਹ ਉਸੇ ਦਿਸ਼ਾ ਵੱਲ ਜਾ ਰਿਹਾ ਜਿਹੜੀ ਦਿਸ਼ਾ ਨੂੰ ਗਵਰਨਮੈਂਟ ਆਫ ਇੰਡੀਆ ਟੋ ਕਰ ਰਹੀ ਹੈ, ਤੋਂ ਪਹਿਲਾਂ ਹੀ ਉਸੇ ਪਾਸੇ ਵੱਲ ਨੂੰ ਜਾ ਰਹੀ ਹੈ। ਮੈਨੂੰ ਲੱਗਦਾ ਟਾਈਮ ਸ਼ਾਇਦ ਮੇਰਾ ਪੂਰਾ ਹੋ ਗਿਆ, ਮੈਂ ਨਹੀਂ ਚਾਹੁੰਦਾ ਕਿ ਜ਼ਿਆਦਾ ਟਾਈਮ ਲੱਗੇ, ਸਵਾਲ ਜਵਾਬ ਹੋਣਗੇ ਆਪਾਂ ਡਿਸਕਸ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਸਾਹਿਬ ਹਮੀਰ ਸਿੰਘ ਹੋਰਾਂ ਨੇ, ਬਹੁਤ ਹੀ ਨਟਸ਼ਰ ਆਪਣੀਆਂ ਗੱਲਾਂ ਕੀਤੀਆਂ ਨੇ। ਮੈਂ ਟਾਈਮ ਬਹੁਤਾ ਨਹੀਂ ਲਵਾਂਗਾ, ਮੈਂ ਬੇਨਤੀ ਕਰਾਂਗਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਡਾਕਟਰ ਗਿਆਨ ਸਿੰਘ ਜੀ ਹੋਰਾਂ ਨੂੰ, ਪੰਜਾਬੀ ਯੂਨੀਵਰਸਿਟੀ, ਉਹ ਆਪਣੀ ਸਾਡਾ ਸਮਾਜ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਅੱਜ ਦਾ ਹਮੀਰ ਸਿੰਘ ਹੋਰਾਂ ਦਾ ਲੈਕਚਰ ਇਹ ਨਿਊ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ
ਆਸਪੈਕਟਸ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ। ਹੈਲੋ, ਆ ਰਹੀ ਆਵਾਜ਼? ਆ ਰਹੀ ਹਾਂਜੀ ਹਾਂਜੀ। ਅੱਛਾ, ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਛੂਹਿਆ। ਜਿਹੜਾ ਸ਼ੁਰੂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੱਲਾ ਇਹਨੂੰ ਇੱਕ ਕਿਸੇ ਵੀ ਇਸ਼ੂ ਨੂੰ ਅਸੀਂ ਇਨ ਆਈਸੋਲੇਸ਼ਨ ਨਹੀਂ ਲੈ ਸਕਦੇ। ਸਹੀ ਗੱਲ ਹੈ ਕਿ ਜਦੋਂ ਤੱਕ ਆਪਾਂ ਇਕਨੋਮਿਕ ਮਾਡਲ ਦੀ ਗੱਲ ਨਹੀਂ ਕਰਦੇ ਜਾਂ ਜਿਹੜਾ ਮਤਲਬ ਪ੍ਰੋ ਨੇਚਰ ਤੇ ਪ੍ਰੋ ਪੀਪਲ ਹੋਣਾ ਚਾਹੀਦਾ ਹੈ, ਤਾਂ ਇਹ ਸਮੱਸਿਆਵਾਂ ਆਉਂਦੀਆਂ ਨੇ। 1991 ਤੋਂ ਜਦੋਂ ਤੋਂ ਨਿਊ ਇਕਨੋਮਿਕ ਪਾਲਿਸੀਜ਼ ਇੰਡੀਆ 'ਚ ਅਪਣਾਈਆਂ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਟਰਮ ਬਹੁਤ ਗਲਤ ਯੂਜ਼ ਕੀਤੀ ਗਈ ਹੈ, ਉਹ ਹੈ ਰਿਫਾਰਮਸ। ਚਾਹੇ ਇਕਨੋਮਿਕ ਰਿਫਾਰਮ, ਚਾਹੇ ਲੇਬਰ ਰਿਫਾਰਮ ਜਾਂ ਹੋਰ ਰਿਫਾਰਮਸ। ਰਿਫਾਰਮ ਜਿਹੜੇ ਹੁੰਦੇ ਨੇ, ਸੁਧਾਰ ਤਾਂ ਬਹੁਤੇ ਲੋਕਾਂ ਦੀ ਬਿਹਤਰੀ ਲਈ ਹੁੰਦੇ ਨੇ, ਪਰ ਇਹ ਤਾਂ ਥੋੜੇ ਲੋਕਾਂ ਨੂੰ ਧਨਾੜ ਬਣਾਉਣ ਲਈ, ਥੋੜੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਵਾਲੀਆਂ ਗੱਲਾਂ ਹੋ ਰਹੀਆਂ ਨੇ। ਮੈਨੂੰ ਇਹ ਲੱਗਦਾ ਕਿ 3 ਤਰ੍ਹਾਂ ਦੀਆਂ ਗੁਡਸ ਹੁੰਦੀਆਂ ਨੇ, ਇਹ ਜਿਹੜਾ ਸਾਨੂੰ ਪਬਲਿਕ ਇਕਨੋਮਿਕਸ ਤੋਂ ਪਤਾ ਲੱਗਦਾ। ਇੱਕ ਪਬਲਿਕ ਗੁਡਸ ਹੁੰਦੀਆਂ ਨੇ, ਇੱਕ ਮੈਰਿਟ ਗੁਡਸ ਹੁੰਦੀਆਂ ਨੇ, ਇੱਕ ਪ੍ਰਾਈਵੇਟ ਗੁਡਸ ਹੁੰਦੀਆਂ ਨੇ। ਇਹ ਜਿੱਥੇ ਤੱਕ ਐਜੂਕੇਸ਼ਨ ਹੈ, ਇਹ ਹੈਲਥ ਕੇਅਰ ਹੈ, ਇਹ ਤਾਂ ਪਬਲਿਕ ਗੁੱਡ ਹੋਣੀ ਚਾਹੀਦੀ, ਖਾਸ ਕਰਕੇ ਥਰਡ ਵਰਲਡ ਕੰਟਰੀ 'ਚ। ਇੱਥੋਂ ਤੱਕ ਕਿ ਕੁਝ ਹਾਈਲੀ ਡਿਵੈਲਪ ਕੰਟਰੀ ਨੇ ਇਹਨਾਂ ਨੂੰ ਇਹ ਪਬਲਿਕ ਗੁੱਡ ਹੀ ਰੱਖਿਆ। ਪਬਲਿਕ ਗੁੱਡ ਦਾ ਭਾਵ ਹੈ ਸਾਰਿਆਂ ਲਈ ਐਬਸੋਲੂਟਲੀ ਫ੍ਰੀ, ਇੱਕੋ ਜਿਹੇ ਮੌਕੇ। ਤੇ ਜਿੱਥੇ ਤੱਕ ਐਜੂਕੇਸ਼ਨ ਦਾ ਹੈਗਾ, ਘੱਟੋ ਘੱਟ ਇੰਡੀਆ 'ਚ ਅਸੀਂ +2 ਜਾਂ ਜਿਹੜਾ ਸਕੂਲ ਦੀ ਐਜੂਕੇਸ਼ਨ ਹੈ ਉਹਨੂੰ ਤਾਂ ਪਬਲਿਕ ਗੁੱਡ 'ਚ ਰੱਖੀਏ। ਤੇ ਪਰ ਉਸ ਤੋਂ ਬਾਅਦ ਵੀ ਇਹ ਜਿਹੜੇ ਸਾਡੇ ਪਛੜੇ ਵਰਗ ਨੇ, ਦਲਿਤ ਵਰਗ ਨੇ, ਜਾਂ ਬਹੁਤ ਹੀ ਗਰੀਬ ਵਰਗ ਨੇ, ਉਹਨਾਂ ਲਈ ਜਿਹੜੀ ਐਜੂਕੇਸ਼ਨ ਹੈ ਉਹਨੂੰ ਮੈਰਿਟ ਗੁੱਡ 'ਚ ਤਾਂ ਲਿਆ ਜਾਂਦਾ ਜਾਵੇ ਕਿ ਜਿਹੜੇ ਵਰਗ ਇਹਦੀਆਂ ਫੀਸਾਂ ਨਹੀਂ ਦੇ ਸਕਦੇ, ਨਹੀਂ ਉਹਨਾਂ ਦੀ ਜਿਹੜੀ ਹੈਗੀ ਫੀਸ ਜਾਂ ਹੋਰ ਖਰਚੇ ਸਰਕਾਰ ਦੇਵੇ, ਬਾਕੀ ਜਿਹੜੇ ਪੇ ਕਰ ਸਕਦੇ ਨੇ ਉਹ ਆਉਣ। ਇਸ ਲਈ ਜਿਹੜਾ ਹਰਮੀਤ ਸਿੰਘ ਉਹਨਾਂ ਦਾ ਲੈਕਚਰ ਹੈ, ਇਹਨਾਂ ਨੇ ਐਜੂਕੇਸ਼ਨ ਪਾਲਿਸੀ ਨੂੰ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਲਿਆਂਦਾ। ਪਰ ਇਹਦੇ ਨਾਲ ਨਾਲ ਸਾਨੂੰ ਜਿਹੜਾ ਹੈਗਾ ਓਵਰਆਲ ਇਕਨੋਮਿਕ ਮਾਡਲ ਨੂੰ ਘੋਖਣਾ ਪਊਗਾ, ਜਿਹਦੇ ਚੋਂ ਬਹੁਤੀਆਂ ਇੱਕ ਇਹਨਾਂ ਟਰਮ ਯੂਜ਼ ਕੀਤੀ GDP। ਪਰ GDP ਬਾਰੇ ਵੀ ਮੈਂ ਕਹਿ ਦਿੰਦਾ ਕਿ ਉਹ ਵੀ ਅਸੀਂ ਗਲਤ ਤਰੀਕੇ ਨਾਲ ਮੰਨਦੇ। ਉਹਦੇ ਬਹੁਤ ਸਾਰੀਆਂ ਊਣਤਾਈਆਂ ਨੇ। ਉਹ 'ਚ ਇੱਕ ਵੱਡੀ ਊਣਤਾਈ ਹੈ ਜਿਹੜੀਆਂ ਔਰਤਾਂ ਘਰਾਂ 'ਚ ਕੰਮ ਕਰਦੀਆਂ ਨੇ, ਉਹਨਾਂ ਦੇ ਕੰਮ ਨੂੰ ਅਸੀਂ GDP 'ਚ ਲੈਂਦੇ ਨਹੀਂ। ਜੇ ਉਹਨੂੰ GDP 'ਚ ਲੈ ਲਿਆ ਜਾਵੇ, ਜਿਹੜਾ ਕਿ ਲੈਣਾ ਬਣਦਾ ਹੈ, ਤਾਂ ਸਾਡੀ GDP ਵੱਧ ਹੋਊਗੀ। ਜਿਹੜਾ ਸਾਡਾ 1% ਤੋਂ 1% ਦੇ ਅਰਾਊਂਡ ਖਰਚਾ ਹੈਗਾ ਐਜੂਕੇਸ਼ਨ ਤੇ, ਉਹ ਹੋਰ ਘਟ ਜਾਊਗਾ। ਇਸ ਲਈ ਸਾਨੂੰ ਜਿਹੜਾ 6% ਵਾਲੀ ਕੁਠਾਰੀ ਕਮਿਸ਼ਨ ਦੀ ਰਿਕਮੈਂਡੇਸ਼ਨ ਹੈ, ਉਧਰ ਨੂੰ ਜਿਹੜਾ ਵਧਣਾ ਪਊਗਾ। ਪਰ ਤਾਂ ਹੀ ਵੱਧ ਸਕਾਂਗੇ ਜੇ ਅਸੀਂ ਓਵਰਆਲ ਇਕਨੋਮਿਕ ਮਾਡਲ ਨੂੰ ਪ੍ਰੋ ਪੀਪਲ ਪ੍ਰੋ ਨੇਚਰ ਬਣਾਵਾਂਗੇ। ਧੰਨਵਾਦ ਜੀ। ਮਿਹਰਬਾਨੀ। ਡਾਕਟਰ ਗਿਆਨ ਸਿੰਘ ਜੀ ਹੋਰਾਂ ਨੇ ਬੜੇ ਅੱਛੇ ਸਵਾਲ ਉਠਾਏ ਨੇ। ਮੈਂ ਬੇਨਤੀ ਕਰਾਂਗਾ ਡਾਕਟਰ ਰਣਜੀਤ ਧੀਰ ਜੀ UK ਤੋਂ, ਕਿਉਂਕਿ ਉਹ ਵੀ ਐਜੂਕੇਸ਼ਨ ਨਾਲ ਜੁੜੇ ਹੋਏ ਨੇ। ਹਿੰਦੁਸਤਾਨ ਦੀ ਐਜੂਕੇਸ਼ਨ ਪਾਲਿਸੀ ਬਾਰੇ ਉਹਨਾਂ ਨੇ ਬਹੁਤ ਵਾਰੀ ਅਖਬਾਰਾਂ ਵਿੱਚ ਲਿਖਿਆ ਵੀ ਹੈ ਪਹਿਲਿਆਂ ਬਾਰੇ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਰਣਜੀਤ ਧੀਰ ਜੀ UK। ਹਾਂਜੀ ਪਲਾਹੀ ਸਾਹਿਬ, ਬਹੁਤ ਮਿਹਰਬਾਨੀ। ਤੇ ਪਹਿਲਾਂ ਤਾਂ ਡਾਕਟਰ ਹਮੀਦ ਸਾਹਿਬ ਤੇ ਡਾਕਟਰ ਗਿਆਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਬਹਿਸ ਨੂੰ ਲਿਆ। ਮੇਰੀ ਬੇਨਤੀ ਹੈ ਕਿ ਮੈਂ ਬੇਸ਼ੱਕ ਭਾਰਤ ਵਿੱਚ ਵੀ ਅਧਿਆਪਕ ਸੀ ਤੇ ਇੱਥੇ ਵੀ ਮੈਂ ਐਜੂਕੇਸ਼ਨ ਦੇ ਵਿੱਚ ਰਿਹਾ ਹਾਂ, ਲੇਕਿਨ ਮੈਂ ਪਿਛਲੇ 53 ਸਾਲ ਤੋਂ ਭਾਰਤ ਤੋਂ ਬਾਹਰ ਰਹਿ ਰਿਹਾ ਹਾਂ ਤੇ ਸਾਡੇ ਤੋਂ ਬਾਅਦ ਭਾਰਤ ਦੇ ਹਰ ਖੇਤਰ ਵਿੱਚ ਇੰਨੀਆਂ ਤਬਦੀਲੀਆਂ ਆਈਆਂ ਕਿ ਸਾਨੂੰ ਹੁਣ ਬਹੁਤ ਜ਼ਿਆਦਾ ਉਹਨਾਂ ਦੇ ਸਿਸਟਮ ਦੀ ਸਮਝ ਨਹੀਂ, ਤੁਹਾਡੇ ਸਿਸਟਮ ਦੀ ਸਮਝ ਨਹੀਂ ਹੈ। ਇਸ ਲਈ ਮੇਰੇ ਦਿਮਾਗ 'ਚ ਕੁਝ ਸਵਾਲ ਆਉਂਦੇ ਨੇ ਤੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰਨਾ ਚਾਹੂੰਗਾ। ਪਹਿਲਾਂ ਤਾਂ ਇਹ ਹੈ ਕਿ ਮੈਂ ਇਹ ਸਮਝਣਾ ਚਾਹੂੰਗਾ ਕਿ ਸਾਡੇ ਵੇਲੇ ਮੈਟ੍ਰਿਕ ਸਿਸਟਮ ਹੁੰਦਾ ਸੀਗਾ, ਬਾਅਦ ਦੇ 'ਚ ਉਹਨਾਂ ਨੇ ਹਾਇਰ ਸੈਕੰਡਰੀ ਸਿਸਟਮ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਇਹ ਨਵਾਂ ਹੋਰ ਹੋ ਰਿਹਾ। ਪਹਿਲੀ ਗੱਲ ਤਾਂ ਇਹ ਅਸੀਂ ਐਜ਼ ਅ ਸਰੋਤੇ ਮੈਂ ਇਹ ਸਮਝਣਾ ਚਾਹੁੰਦਾ ਹਾਂ ਕਿ ਵਾਟ ਇਜ਼ ਦ ਰੈਸ਼ਨਲ ਫॉर ਥੀਸ ਚੇਂਜਸ। ਕਿ ਕਿਸੇ ਪਾਲਿਸੀ ਨੂੰ ਬਦਲਣ ਲਈ, ਜਿਵੇਂ ਡਾਕਟਰ ਗਿਆਨ ਸਿੰਘ ਨੇ ਉਹਨਾਂ ਕਿਹਾ ਹੈ ਕਿ ਰਿਫਾਰਮਸ ਕਹਿੰਦੇ ਨੇ, ਤੇ ਰਿਫਾਰਮ ਦਾ ਮਤਲਬ ਹੈ ਕਿ ਪਿਛਲੀ ਐਗਜ਼ਿਸਟਿੰਗ ਸਥਿਤੀ ਦਾ ਕੁਝ ਸੁਧਾਰ ਕੀਤਾ ਜਾਵੇ। तो मैं ये जानना चाहूंगा कि नवी पॉलिसी जी बनाई है, जे ये सुधार है, रिफॉर्म है, तो ਇਹਦਾ रैशनल की है, ਇਹਦੀ ਜ਼ਰੂਰਤ ਕੀ ਸੀ, ਇਹਦੇ ਪਿੱਛੇ ਕਾਰਨ ਕੀ ਹੈ। ਨੰਬਰ 2 ਜਿਹੜੀ ਗੱਲ ਦੋਸਤਾਂ ਨੇ ਕਹੀ ਹੈ ਕਿ ਐਜੂਕੇਸ਼ਨ ਸਿਸਟਮ ਜੇ ਕਿਸੇ ਵੀ ਮੁਲਕ ਦਾ ਹੁੰਦਾ ਹੈ ਤੇ ਉਹ ਉਸ ਮੁਲਕ ਦੇ ਓਵਰਆਲ ਇਕਨੋਮੀ, ਓਵਰਆਲ ਸੋਸ਼ਲ ਤੇ ਪੋਲੀਟੀਕਲ ਕੰਟੈਕਸਟ ਵਿੱਚ ਹੀ ਵਿਚਾਰਿਆ ਜਾ ਸਕਦਾ ਹੈ। ਜੇ ਭਾਰਤ ਦਾ ਵਿਧਾਨ ਕਹਿੰਦਾ ਕਿ ਅਸੀਂ ਸੈਕੂਲਰ ਮੁਲਕ ਹਾਂ, ਡਾਈਵਰਸ ਮੁਲਕ ਹਾਂ,
ਅਸੀਂ ਪਛੜੀਆਂ ਸ਼੍ਰੇਣੀਆਂ ਨੂੰ, ਦਲਿਤਾਂ ਨੂੰ, ਔਰਤਾਂ ਨੂੰ ਨਾਲ ਲੈਣਾ ਹੈ ਤਾਂ ਜ਼ਰੂਰੀ ਗੱਲ ਹੈ ਕਿ ਇਹਨਾਂ ਸ਼੍ਰੇਣੀਆਂ ਵਾਸਤੇ ਵੀ ਨਵੇਂ ਸੁਧਾਰਾਂ ਵਿੱਚ ਜ਼ਾਹਰਾ ਤੌਰ ਦੇ ਉੱਤੇ ਨਵੀਂ ਜਗ੍ਹਾ ਚਾਹੀਦੀ ਹੈ, ਨਵੀਆਂ ਪਾਲਿਸੀਆਂ ਚਾਹੀਦੀਆਂ ਤਾਂ ਕਿ ਇਹਨਾਂ ਵਰਗਾਂ ਨੂੰ ਵੀ ਇਹ ਨਵੇਂ ਸੁਧਾਰਾਂ ਦਾ ਲਾਭ ਹੋ ਸਕੇ। ਸੋ ਸਵਾਲ ਇਹ ਹੈ ਕਿ ਕੀ ਨਵੀਆਂ ਪਾਲਿਸੀਆਂ ਵਿੱਚ ਇਹ ਅੰਸ਼ ਹਨ। ਫਾਈਨਲੀ ਮੈਨੂੰ ਇਹ ਬਹੁਤ ਜਿਹੜਾ ਹੈ ਜਿਹਨੂੰ ਕਹਿੰਦੇ ਆ ਹੈਰਾਨੀ ਤੇ ਥੋੜੀ ਜਿਹੀ ਪਰੇਸ਼ਾਨੀ ਵੀ ਹੈ ਕਿ ਐਜੂਕੇਸ਼ਨ ਨੂੰ ਇਸ ਹੱਦ ਤੱਕ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਡਾਕਟਰ ਗਿਆਨ ਸਿੰਘ ਹੋਣਾ ਨੇ ਦੱਸਿਆ, ਡਾਕਟਰ ਹਮੀਰ ਸਿੰਘ ਹੋਣਾ ਨੇ ਦੱਸਿਆ ਕਿ ਵੀ ਹਰ ਕਾਲਜ ਨੂੰ ਡਿਗਰੀ ਦੇਣ ਦਾ ਅਧਿਕਾਰ ਦੇ ਦੇਣਾ, ਹਰ ਯੂਨੀਵਰਸਿਟੀ ਨੂੰ। ਜੇ ਮੈਨੂੰ ਪਤਾ ਕਿ ਹਰਿਆਣਾ ਦੀ ਇੱਕ ਯੂਨੀਵਰਸਿਟੀ ਹੈ ਤੇ ਇਹ ਤਾਂ ਮੈਂ ਸਮਝਦਾ ਕਿ ਸਿੱਧੀ ਉਹ ਦੁਕਾਨਦਾਰੀ ਹੈ, ਪ੍ਰੋਫਿਟੀਅਰਿੰਗ ਹੈ ਔਰ ਕਰਪਸ਼ਨ ਨੂੰ ਸ਼ਹਿ ਦੇਣਾ। ਜਿਹੜਾ ਪਹਿਲਾ ਸਿਸਟਮ ਸਾਡੇ ਵੇਲੇ ਹੁੰਦਾ ਸੀਗਾ, ਦੈਟ ਵਾਸ ਦੀ ਬੈਸਟ ਸਿਸਟਮ। ਉਹ ਇਹ ਕਿ ਯੂਨੀਵਰਸਿਟੀ ਜਿਹੜੀ ਸੀ ਉਹ ਰੈਗੂਲੇਟਰੀ ਬੋਡੀ ਦੇ ਤੌਰ ਤੇ ਸਾਰੀ ਐਜੂਕੇਸ਼ਨ ਨੂੰ ਨਿਯਮਿਤ ਕਰਦੀ ਸੀ, ਉਹਨੂੰ ਖਤਮ ਕਰਨਾ। ਮੈਂ ਸਮਝਦਾ ਕਿ ਵਿਦਿਆ ਨੂੰ ਮੈਂ ਸਮਝਦਾ ਕਿ ਖਤਮ ਕਰਨ ਵਾਲੀ ਗੱਲ ਹੈ, ਇਹ ਸੁਧਾਰ ਦੀ ਕੋਈ ਗੱਲ ਨਹੀਂ। ਪਰ ਇਹਨਾਂ ਗੱਲਾਂ ਤੇ ਕੋਈ ਰੋਸ਼ਨੀ ਪਾ ਸਕੇ ਦੋਸਤ ਤਾਂ ਮੈਂ ਬਹੁਤ ਧੰਨਵਾਦੀ ਹੋਵਾਂਗਾ। ਬਹੁਤ ਬਹੁਤ ਮਿਹਰਬਾਨੀ ਧੀਰ ਸਾਹਿਬ। ਬੇਨਤੀ ਕਰਾਂਗਾ ਸੁਰਿੰਦਰ ਮਚਾਕੀ ਜੀ ਹੋਰਾਂ ਨੂੰ ਕਿ ਉਹ ਵੀ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਸੁਰਿੰਦਰ ਮਚਾਕੀ ਜੀ। ਸੁਰਿੰਦਰ ਮਚਾਕੀ ਜੀ ਆਪਣਾ ਮਾਈਕ ਔਨ ਕਰ ਦੇਣਾ। ਸਤਿ ਸ਼੍ਰੀ ਅਕਾਲ ਪਲਾਈ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹਾਂ ਜੀ ਹਾਂ ਜੀ। ਪਲਾਈ ਸਾਹਿਬ ਸਤਿ ਸ਼੍ਰੀ ਅਕਾਲ ਤੇ ਬਾਈ ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਮੈਂ ਕਹਿ ਰਿਹਾ ਸੀ ਕਿ ਸਰਦਾਰ ਹਮੀਰ ਸਿੰਘ ਜਦੋਂ ਵੀ ਕਿਸੇ ਵਿਸ਼ੇ ਤੇ ਬੋਲਦੇ ਨੇ ਤਾਂ ਉਹਦਾ ਉਹਨਾਂ ਢੰਗਾਈ ਨਾਲ ਵਿਸ਼ਲੇਸ਼ਣ ਪੇਸ਼ ਕਰਦੇ, ਉਹਨਾਂ ਦੀ ਪਰਤ ਖੋਲਦੇ ਆ, ਬਹੁਤ ਹੀ ਕਿੰਤੂ ਪਰੰਤੂ ਦੀ ਗੁੰਜਾਇਸ਼ ਨਹੀਂ ਛੱਡਦੇ। ਇਸ ਕਰਕੇ ਉਹਨਾਂ ਦਾ ਧੰਨਵਾਦ। ਪਰ ਮੈਂ ਕੁਝ ਜਿਹੜਾ ਸਪਸ਼ਟੀਕਰਨ ਦੇ ਰੂਪ ਚ ਕੁਝ ਗੱਲ ਕਰਨੀ ਚਾਹੁੰਦਾ। ਉਹਨਾਂ ਨੇ ਰਿਜ਼ਰਵੇਸ਼ਨ ਦੀ ਗੱਲ ਕੀਤੀ ਹੈ, ਕਿਹਾ ਕਿ ਨਿਊ ਐਜੂਕੇਸ਼ਨ ਪਾਲਿਸੀ ਰਿਜ਼ਰਵੇਸ਼ਨ ਦੀ ਮੌਜੂਦਾ ਪਾਲਿਸੀ ਨੂੰ ਬਾਈਪਾਸ ਕਰ ਰਹੀ ਹੈ। ਔਰ ਮੈਂ ਇਹ ਜਾਣਨਾ ਚਾਹੁੰਦਾ ਕਿ ਹੁਣ ਤੱਕ ਐਜੂਕੇਸ਼ਨ ਰਿਜ਼ਰਵੇਸ਼ਨ ਦੀ ਪਾਲਿਸੀ ਨੇ ਪਛੜੇ ਜਾਂ ਜਿਹੜੇ ਬੈਕਵਰਡ ਕਲਾਸਿਸ ਸੀਗੇ ਉਹਨਾਂ ਦਾ ਕਿੰਨਾ ਕੁ ਭਲਾ ਕੀਤਾ, ਕਿੰਨੇ ਕੁ ਉਹਨਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਸੰਚਾਰ ਕੀਤਾ। ਇਹਦੇ ਨਾਲ ਜੁੜਵਾ ਸਵਾਲ ਇਹ ਪੰਜਾਬ ਦੇ ਸੰਦਰਭ ਦੇ ਵਿੱਚ ਕਿ ਆਪਣਾ RTE ਦੇ ਰਾਹੀਂ ਕੇਂਦਰ ਸਰਕਾਰ ਵੱਲੋਂ ਕੁਝ ਪੋਸਟ ਮੈਟ੍ਰਿਕ ਤੇ ਕੁਝ ਪ੍ਰੀ ਮੈਟ੍ਰਿਕ ਸਟਾਈਪੈਂਡ ਦਿੱਤੇ ਜਾਂਦੇ ਆ। ਔਰ ਪੰਜਾਬ ਦੇ ਵਿੱਚ ਅੱਜ ਕੱਲ੍ਹ ਐਜੂਕੇਸ਼ਨ ਹਲਕਿਆਂ ਦੇ ਵਿੱਚ ਇਸ ਮੁੱਦੇ ਤੇ ਚਰਚਾ ਚੱਲੀ ਹੋਈ ਹੈ ਕਿ 4-5 ਸਾਲ ਤੋਂ ਜਿਹੜਾ ਹੈਗਾ ਇਹ ਪ੍ਰੀ ਮੈਟ੍ਰਿਕ ਤੇ ਜਿਹੜਾ ਪੋਸਟ ਮੈਟ੍ਰਿਕ ਸਟਾਈਪੈਂਡ ਜਿਹੜਾ ਉਹ ਨਹੀਂ ਪਹੁੰਚਿਆ। ਇਸ ਤੋਂ ਅਗਲਾ ਸਵਾਲ, ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਪ੍ਰੋਫੈਸ਼ਨਲ ਐਜੂਕੇਸ਼ਨ ਹੈ, ਮੈਡੀਕਲ ਐਜੂਕੇਸ਼ਨ ਜਾਂ ਟੈਕਨੀਕਲ ਐਜੂਕੇਸ਼ਨ, ਇਹਦੇ ਬਾਰੇ ਇਸ ਪਾਲਿਸੀ ਦੇ ਵਿੱਚ ਕੀ ਮਕਾਮ ਹੋਏਗਾ? ਦੂਸਰੀ ਗੱਲ, ਬਾਈ ਜੀ ਹੋਰਾਂ ਨੇ ਗੱਲ ਕਹੀ ਹੈ ਕਿ ਇਸ ਪਾਲਿਸੀ ਨੇ ਜਿਹੜੀ ਸਾਡੀ ਸੰਵਿਧਾਨ ਦੀਆਂ ਮੁੱਢਲੀਆਂ ਧਾਰਨਾਵਾਂ ਨੇ, ਚਾਹੇ ਉਹ ਸੰਘਵਾਦ ਦੀ ਹੋਵੇ, ਚਾਹੇ ਉਹ ਸਾਡੇ ਲੋਕਤੰਤਰ ਦੀ ਹੋਵੇ ਜਾਂ ਧਰਮ ਨਿਰਪੱਖਤਾ ਦੀ ਹੋਵੇ, ਇਹਦੇ ਤੇ ਉਹਨਾਂ ਨੇ ਉਹਨੂੰ ਬੜੀ ਸੱਟ ਮਾਰੀ ਹੈ। ਤੇ ਮੈਂ ਚਾਹੁੰਦਾ ਸੀ ਕੁਛ ਤੇ ਹੋਰ ਥੋੜਾ ਜਿਹਾ ਉਹ ਸਪਸ਼ਟ ਕਰਕੇ ਜਾਣਕਾਰੀ ਦੇ ਸਕੋ। ਮਿਹਰਬਾਨੀ ਮਚਾਕੀ ਜੀ, ਬੜੇ ਅੱਛੇ ਸਵਾਲ ਤੁਸੀਂ ਉਠਾਏ ਨੇ। ਮੈਂ ਬੇਨਤੀ ਕਰਾਂਗਾ MP ਬਰਤਾਨੀਆ ਤੋਂ ਸਾਡੇ ਮਾਨਯੋਗ ਵਰਿੰਦਰ ਸ਼ਰਮਾ ਜੀ ਹੋਰਾਂ ਨੂੰ ਕਿ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ। ਗੁਰਮੀਤ ਜੀ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ। ਸਾਡੇ ਇੱਥੇ ਇਸ ਵੇਲੇ ਜੀ ਮੈਂ ਉਹੀ ਗੱਲ ਹਰ ਵਾਰੀ ਰਿਪੀਟ ਕਰਦੇ ਆ ਜੋ ਧੀਰ ਸਾਹਿਬ ਨੇ ਵੀ ਕਹੀ ਆ ਕਿ ਅਸੀਂ ਹੁਣ ਬਾਹਰ ਬੈਠੇ ਆ, ਡੇ ਟੂ ਡੇ ਲਾਈਫ ਦੇ ਨਾਲ ਬਹੁਤਾ ਇਨ ਟੱਚ ਨਹੀਂ। ਕਿਤੇ ਵਿਜ਼ਿਟ ਕਰਕੇ ਜਾਂ ਪੜ੍ਹ ਕੇ ਪੇਪਰਾਂ ਰਾਹੀਂ ਜ਼ਿਆਦਾ ਪਤਾ ਲੱਗਦਾ ਕੀ ਹੋ ਰਿਹਾ। ਇਹ ਜਿਹੜੀ ਸ਼ਿਫਟ ਆਈ ਆ ਇਹ ਗਰੀਬ ਤੇ ਅਮੀਰ ਦੇ ਵਿੱਚ ਜ਼ਿਆਦਾ ਪਾੜਾ ਪਾਉਂਦੀ ਆ। ਇੱਕ ਐਲੀਟ ਗਰੁੱਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਹੈ। ਮੈਂ ਧੀਰ ਸਾਹਿਬ ਦੀ ਉਸ ਸਵਾਲ ਨੂੰ ਰਿਪੀਟ ਕਰਨ ਲੱਗਾ ਕਿ ਜਦੋਂ ਤੁਸੀਂ ਕੋਈ ਰਿਫਾਰਮ ਕਰਨਾ, ਗਿਆਨ ਸਿੰਘ ਹੋਰੀ ਵੀ ਕਿਹਾ ਕਿ ਜਦੋਂ ਕੋਈ ਰਿਫਾਰਮ ਲਿਆਉਣਾ ਤਾਂ ਉਹਦੀ ਜਦੋਂ ਤੁਸੀਂ ਇੰਟਰੋਡਕਸ਼ਨ ਕਰਦੇ ਆ ਤਾਂ
ਪ੍ਰੀਵੀਅਸ ਸਿਸਟਮ ਕਿੱਥੇ ਫੇਲ ਹੋਇਆ, ਕਿੱਥੇ ਗਲਤ ਸੀ, ਅਸੀਂ ਉਹਦੇ ਵਿੱਚ ਕਰੈਕਸ਼ਨ ਕਿੱਦਾਂ ਕਰਨੀ ਆ, ਉਹ ਤੁਸੀਂ ਫਿਊਚਰ ਲਈ ਚੇਂਜ ਲਿਆਉਣ ਲਈ ਦੱਸਦੇ ਹੋ। ਅੱਜ ਸਿਸਟਮ ਕਿੱਥੇ ਫੇਲ ਹੋਇਆ ਉਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਜਿੱਥੇ ਤੱਕ ਮੈਂ ਪੜ੍ਹਿਆ ਜਾਂ ਦੇਖਿਆ ਕਿ ਉਹ ਸਿਸਟਮ ਨੂੰ ਕਿੱਥੇ ਫੇਲ ਹੋ ਗਈ ਆ, ਸਾਡੀ ਪੜ੍ਹਾਈ ਦੀ, ਆਇਆ ਉਹ ਗਰੀਬ ਮਜ਼ਦੂਰ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਉਹਦੀ ਅਪਰਚੁਨਿਟੀਜ਼ ਮਿਲੀਆਂ ਜਾਂ ਨਹੀਂ ਮਿਲੀਆਂ, ਜੇ ਮਿਲੀਆਂ ਤਾਂ ਕਿੱਥੇ ਤੱਕ ਕਾਮਯਾਬੀ ਹੋਈ ਆ, ਉਹਦਾ ਡਿਟੇਲ ਦੇ ਵਿੱਚ ਕੋਈ ਨਹੀਂ। ਪ੍ਰਾਈਵੇਟ ਐਜੂਕੇਸ਼ਨ ਨੂੰ ਕਿੱਦਾਂ ਪ੍ਰਮੋਟ ਕੀਤਾ ਜਾ ਸਕੇ ਤਾਂ ਕਿ ਇੱਕ ਸੈਕਸ਼ਨ, ਇੱਕ ਵਰਗ ਦੇ ਲੋਕ ਹੀ ਉਹਦੇ ਵਿੱਚ ਆ ਸਕਣ, ਜਿਹੜਾ ਕਿ ਅਮੀਰ ਵਰਗ ਹੋਊਗਾ। ਗਰੀਬ ਵਰਗ ਉਹਦੇ ਵਿੱਚ ਜਾਂ ਇਕਨੋਮਿਕਲੀ ਜਿਹੜਾ ਵੀਕ ਹੈ ਉਹ ਨਹੀਂ ਆਊਗਾ, ਜਿਹਦੇ ਵਿੱਚ ਪਿੰਡਾਂ ਦੇ ਬੱਚੇ ਜ਼ਿਆਦਾ ਗਿਣਤੀ ਦੇ ਵਿੱਚ ਹੋਣਗੇ। ਅਸੀਂ ਪਿੰਡਾਂ ਤੋਂ ਆਏ ਹਾਂ, ਸਾਨੂੰ ਪਤਾ ਕਿ ਅਸੀਂ ਪਿੰਡਾਂ ਦੇ ਵਿੱਚ ਜਦੋਂ ਐਜੂਕੇਸ਼ਨ ਲੈਂਦੇ ਸੀ, ਪ੍ਰਾਇਮਰੀ ਐਜੂਕੇਸ਼ਨ, ਮਿਡਲ ਸਕੂਲ, ਤਾਂ ਕਿੱਦਾਂ ਦਾ ਮਾਹੌਲ ਸੀ। ਤੇ ਮੈਂ ਸਮਝਦਾ ਕਿ ਅਗਰ ਹਮੀਰ ਸਿੰਘ ਹੋਣੀ ਇਹਦੇ ਤੇ ਥੋੜਾ ਦੱਸਣ ਕਿ ਕੀ ਆਇਆ, ਉਹਨਾਂ ਦੀ ਇੰਟੈਂਸ਼ਨ ਸਿਰਫ ਚੇਂਜ ਹੀ ਲਿਆਉਣ ਦੀ ਆ ਕਿ ਵੀ ਹੁਣ 20, 25, 30 ਸਾਲ ਹੋ ਗਏ ਇੱਕ ਸਿਸਟਮ ਨੂੰ ਚੱਲਦੇ ਹੋਏ, ਨਵਾਂ ਸਿਸਟਮ ਆ ਜਾਣਾ ਚਾਹੀਦਾ, ਹੁਣ ਤਬਦੀਲੀ ਦੀ ਲੋੜ ਹੈ। ਤੇ ਮੈਂ ਸਮਝਦਾ ਉਹ ਨਹੀਂ, ਤਬਦੀਲੀ ਦੀ ਲੋੜ ਹੈ, ਲੇਕਿਨ ਉਹ ਜਿਹੜਾ ਐਂਗਲ ਲੈ ਕੇ ਚੱਲ ਰਿਹਾ ਉਹ ਗਲਤ ਹੈ। ਇਸ ਤੇ ਮੈਂ ਸਿਰਫ ਇੰਨਾ ਹੀ ਸਵਾਲ ਰੱਖਦਾ। ਇਹ ਜਿਹੜਾ ਇਕਨੋਮਿਕ ਪ੍ਰੈਸ਼ਰ ਹੈ ਉਹਦਾ ਇੱਕ ਬਹਾਨਾ ਬਣਾ ਕੇ, ਬਿਮਾਰੀ ਦਾ ਬਹਾਨਾ ਬਣਾ ਕੇ ਕਿ ਵਾਇਰਸ ਆਈ ਹੋਈ ਹੈ ਤੇ ਜੀ ਸਾਡਾ ਇਕਨੋਮਿਕ ਮਾਡਲ ਫੇਲ ਹੋ ਰਿਹਾ, ਅਸੀਂ ਉਹਦੇ ਵਿੱਚ ਕਿੱਦਾਂ ਚੇਂਜ ਲਿਆਉਣੀ ਆ। ਧੀਰ ਸਾਹਿਬ ਐਜੂਕੇਸ਼ਨਲਿਸਟ ਨੇ, ਇਹਨਾਂ ਨੂੰ ਪਤਾ ਕਿ ਬ੍ਰਿਟਨ ਦੇ ਵਿੱਚ ਵੀ ਇਹਦੇ ਤੇ ਕਾਫੀ ਇਸ਼ੂ ਕਿ ਐਜੂਕੇਸ਼ਨ ਸਿਸਟਮ ਨੂੰ ਤਬਦੀਲੀ ਲਿਆਂਦੀ ਜਾ ਰਹੀ ਹੈ। ਯੂਨੀਵਰਸਿਟੀਜ਼ ਦੇ ਵਿੱਚ ਗਰੀਬ ਬੱਚੇ ਇੰਨੀ ਫੀਸ ਹੀ ਨਹੀਂ ਦੇ ਸਕਦੇ ਜਿਹਦੇ ਨਾਲ ਉਹ ਅੱਗੇ ਪੜ੍ਹਾਈ ਰੱਖ ਸਕਣ। ਮੈਂ ਇਹ ਸਮਝਦਾ ਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਉਹਦੇ ਇੰਟੈਂਸ਼ਨ ਅਗਰ ਠੀਕ ਵੀ ਹੋਵੇ। ਫਾਈਨਲੀ ਮੈਂ ਕਹਿਣਾ ਚਾਹੁੰਦਾ ਕਿ 2015 ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਗੋਲ ਨੰਬਰ 4, ਜਿਹਦੇ ਨਾਲ ਇੱਕ ਇੰਡੀਆ ਵੀ ਉਹਦੇ ਤੇ ਜਿਨ੍ਹਾਂ ਨੇ ਦਸਤਖਤ ਕੀਤੇ ਆ, 193 ਮੁਲਕਾਂ ਚ ਇੰਡੀਆ ਇੱਕ ਹੈ। ਮੈਂ ਨਿਊਯਾਰਕ ਉਸ ਦਿਨ ਪ੍ਰੈਜ਼ੈਂਟ ਸੀ ਜਿਸ ਦਿਨ ਓਬਾਮਾ ਤੇ ਪ੍ਰਾਈਮ ਮਿਨਿਸਟਰ ਆਫ ਬ੍ਰਿਟਨ, ਪ੍ਰਾਈਮ ਮਿਨਿਸਟਰ ਆਫ ਇੰਡੀਆ ਸਾਰਿਆਂ ਨੇ ਸਾਈਨ ਕੀਤੇ। ਲੇਕਿਨ ਆਇਆ ਆਉਣ ਵਾਲੇ 15 ਸਾਲ ਦਾ ਦਿੱਤਾ ਸੀ 2030 ਦੇ ਵਿੱਚ, ਕੀ ਇੰਡੀਆ ਅੱਜ ਦੀ ਸਿਚੁਏਸ਼ਨ ਦੇ ਵਿੱਚ ਉਹ ਜਿਹੜਾ ਗੋਲ ਹੈ ਨੰਬਰ 4 ਉਹਨੂੰ ਅਚੀਵ, ਜਿਹੜਾ ਐਜੂਕੇਸ਼ਨ ਤੇ ਡਿਪੈਂਡ ਕਰਦਾ, ਆਇਆ ਉਹ ਉਹਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਜੇ ਇੱਦਾਂ ਦੇ ਹਾਲਾਤ ਪੈਦਾ ਕੀਤੇ ਆ, ਮੇਰਾ ਆਪਣਾ ਵਿਊ ਇਹ ਹੈ ਕਿ ਉਹ ਸਕਸੈਸਫੁਲ ਨਹੀਂ ਹੋਣਗੇ। ਅਗਰ ਡਾਕਟਰ ਹਮੀਰ ਸਿੰਘ ਹੋਣੀ ਜਾਂ ਡਾਕਟਰ ਗਿਆਨ ਸਿੰਘ ਜੀ ਤਾਂ ਦੂਸਰੇ ਜਿਹੜੇ ਐਜੂਕੇਸ਼ਨਲਿਸਟ ਹੈ ਅਗਰ ਉਹ ਦੱਸ ਸਕਣ ਤਾਂ ਮੇਰੇ ਲਈ ਬੜੀ ਫਾਇਦੇਮੰਦ ਹੋਏਗੀ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਹੁਣ ਮੈਂ ਬੇਨਤੀ ਕਰਾਂਗਾ ਗੁਰਚਰਨ ਸਿੰਘ ਜੀ ਨੂਰਪੁਰ ਹੋਰਾਂ ਨੂੰ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਗੁਰਚਰਨ ਸਿੰਘ ਨੂਰਪੁਰ। ਹਾਂਜੀ ਹਾਂਜੀ ਠੀਕ ਹੈ ਜੀ। ਪਲਾਈ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਕੈਰੀ ਔਨ ਜੀ। ਬਹੁਤ ਸਤਿਕਾਰਯੋਗ ਡਾਕਟਰ ਹਮੀਰ ਸਿੰਘ ਤੇ ਇਸ ਅੱਜ ਦੀ ਕਾਲਮ ਨਵੀਸ ਮੰਚ ਦੀ ਮੀਟਿੰਗ ਦੇ ਨਾਲ ਜੁੜੇ ਸਾਡੇ ਵਿਦਵਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਹਮੀਰ ਸਿੰਘ ਜੀ ਦੇ ਵਿਚਾਰ ਸੁਣਿਆ, ਬਹੁਤ ਚੰਗਾ ਲੱਗਾ। ਵੈਸੇ ਹੀ ਉਹ ਅਖਬਾਰਾਂ ਦੇ ਵਿੱਚ ਵੀ ਜਦੋਂ ਲਿਖਦੇ ਜਾਂ ਟੀਵੀ ਤੇ ਗੱਲਬਾਤ ਕਰਦੇ ਆ ਤੇ ਇੱਕ ਤਰ੍ਹਾਂ ਨਾਲ ਬੜੀ ਦਲੀਲ ਨਾਲ ਗੱਲਬਾਤ ਕਰਦੇ ਆ, ਤੇ ਅੱਜ ਵੀ ਉਹਨਾਂ ਨੇ ਬਹੁਤ ਸਾਰੀ ਨਵੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇੱਕ ਤਰ੍ਹਾਂ ਨਾਲ ਮੈਂ ਜੋ ਸਮਝਦਾ ਪਲਾਈ ਸਾਹਿਬ ਕਿ ਸਿੱਖਿਆ ਨੂੰ ਖਤਮ ਕਰਨ ਦੀ ਕਵਾਇਦ ਚੱਲ ਰਹੀ ਹੈ ਤੇ ਜਿਹੜਾ ਸਾਡਾ ਸਿਸਟਮ ਹੈ, ਸਾਡੀ ਜਿਹੜੀ ਦੇਸ਼ ਦੀ ਵਿਵਸਥਾ ਹੈ, ਉਹ ਲਗਾਤਾਰ ਲੋਕ ਵਿਰੋਧੀ ਹੁੰਦੀ ਜਾ ਰਹੀ ਹੈ ਤੇ ਇਹਦੇ ਨਾਲ ਸਾਡੇ ਜਿਹੜੇ ਫਿਕਰ ਨੇ, ਮੈਂ ਸਮਝਦਾ ਕਿ ਆਪਾਂ ਨੂੰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਇਸ ਹਾਲਾਤ ਦੇ ਵਿੱਚ ਲੋਕਾਂ ਦੀ ਬਾਹ ਫੜੀ ਜਾਵੇ। ਸਿੱਖਿਆ ਦੇ ਮਾਮਲੇ ਵਿੱਚ ਜਿਹੜੇ ਸਕੂਲਾਂ ਨੂੰ ਮਨਮਰਜ਼ੀ ਨਾ ਕਰਨ ਦਿੱਤੀ ਜਾਵੇ। ਇੱਕ ਹੈ ਤਾਂ ਇਸ ਵਿਸ਼ੇ ਤੋਂ ਹਟ ਕੇ ਗੱਲ ਹੈ, ਪਰ ਇਹ ਕੀਤੀ ਜਾਣੀ ਚਾਹੀਦੀ ਹੈ। ਤੇ ਦੂਸਰੀ, ਜਿਵੇਂ ਹਮੀਰ ਸਿੰਘ ਜੀ ਨੇ ਕਿਹਾ ਹੈ ਕਿ ਇੱਕ ਤਰ੍ਹਾਂ ਨਾਲ ਦੇਸ਼ ਜਿਹੜਾ ਹੈ ਉਹ ਕਾਰਪੋਰੇਟ ਨੀਤੀਆਂ ਦੇ ਅਧੀਨ ਉਸ ਦਿਸ਼ਾ ਵੱਲ ਨੂੰ ਵੱਧ ਰਿਹਾ ਜਿੱਥੇ ਜਿਹੜੇ ਲੋਕ ਨੇ ਉਹ ਲਗਾਤਾਰ ਹਾਸ਼ੀਆਗ੍ਰਸਤ ਕੀਤੇ ਜਾ ਰਹੇ ਆ।
ਤੇ ਮੈਂ ਇਹ ਪੁੱਛਣਾ ਚਾਹਾਂਗਾ ਹਮੀਰ ਜੀ ਹਰਾਂ ਤੋਂ ਕਿ ਜਿਹੜਾ ਇਹ ਸਾਰੀ ਜਿਹੜੀ ਕਵੈਦ ਹੈ ਜਿਹਦੇ ਵਿੱਚ ਜਿਹੜਾ ਸਾਰਾ ਪੱਖ ਜਿਹੜਾ ਉਹ ਕਾਰਪੋਰੇਟ ਨੀਤੀਆਂ ਦੇ ਪੱਖ ਵਿੱਚ ਭੁਗਤਦਾ ਹੈ ਤੇ ਇਹਦਾ ਨਤੀਜਾ ਕੀ ਹੋਏਗਾ, ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ? ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਹਰਬਾਨੀ। ਬਿਨਾਂ ਟਾਈਮ ਲਿਆ ਮੈਂ ਬੇਨਤੀ ਕਰਾਂਗਾ ਕੇਰ ਸ਼ਰੀਫ ਜੀ ਹੋਰਾਂ ਨੂੰ 1-2 ਮਿੰਟ ਆਪਣੀ ਗੱਲ ਕਰਨ ਦੀ। ਕੇਰ ਸ਼ਰੀਫ ਜੀ ਜਰਮਨ ਤੋਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਗੱਲਾਂ ਹੁਣ ਤੱਕ ਬਹੁਤ ਹੋ ਗਈਆਂ, ਹਮੀਰ ਸਿੰਘ ਹੋਰਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਦੂਜੀ ਗੱਲ ਡਾਕਟਰ ਗਿਆਨ ਸਿੰਘ ਹੋਰਾਂ ਦੀ ਹੈ। ਮੈਂ ਦੋਹਾਂ ਸੱਜਣਾਂ ਨੂੰ ਪੜ੍ਹਦਾ ਵੀ ਰਹਿਣਾ ਤੇ ਹੋਰ ਬਹੁਤ ਸਾਰਿਆਂ ਨੂੰ ਪੜ੍ਹਿਆ। ਮੈਨੂੰ ਇਵੇਂ ਲੱਗਦਾ ਹੈ ਜਿਵੇਂ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਇਹ ਕਾਰਪੋਰੇਟ ਵੱਲੋਂ ਆਈ ਹੈ, ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਨਹੀਂ ਆਈ। ਤੇ ਜਿਹੜਾ ਅਸੀਂ ਸੰਕਟ ਦਾ ਅੱਜ ਕਰੋਨਾ ਸੰਕਟ ਦਾ ਯੁੱਗ ਜੀ ਰਹੇ ਹਾਂ ਤੇ ਇਹ ਸਿੱਖਿਆ ਪ੍ਰਬੰਧ ਨੂੰ ਕਰੋਨਾ ਕਰਨ ਦਾ ਇੱਕ ਬੜਾ ਸਰਗਰਮ ਯਤਨ ਹੈ। ਇਹਦੇ ਨਾਲ ਬਹੁਤ ਕੁਝ ਮਾਰਿਆ ਜਾਣਾ ਹੈ। ਜਿਵੇਂ ਮੈਂ ਹੁਣ ਭਾਸ਼ਾ ਦੀ ਗੱਲ ਕਰਦਾ, ਬਾਕੀ ਤਾਂ ਹੋ ਗਈ ਹੈ। ਭਾਸ਼ਾ ਨੂੰ 5ਵੀਂ ਤੱਕ ਕਹਿਤਾ ਕਿ ਮਾਂ ਬੋਲੀ ਚ ਕੀਤਾ ਜਾਊਗਾ, ਹਾਲਾਂਕਿ ਸਾਊਥ ਵਾਲਿਆਂ ਨੇ ਉਸੇ ਵੇਲੇ ਕਹਿਤਾ ਜਦੋਂ ਇਹਨਾਂ ਨੇ 3 ਭਾਸ਼ੀ ਫਾਰਮੂਲਾ ਦੱਸਿਆ। ਸਾਊਥ ਵਾਲਿਆਂ ਨੇ ਫੌਰਨ ਕਹਿਤਾ ਵੀ ਸਾਡਾ 3 ਭਾਸ਼ੀ ਫਾਰਮੂਲੇ ਨਾਲ ਕੋਈ ਨਹੀਂ। ਪੰਜਾਬ ਦੀ ਸਰਕਾਰ ਕੁਸਕਦੀ ਤੱਕ ਨਹੀਂ, ਪਤਾ ਨਹੀਂ ਉਹ ਰਾਜ ਭਾਸ਼ਾ ਨਾਲ ਸੰਬੰਧ ਰੱਖਦੀ ਹੈ ਕਿ ਨਹੀਂ ਰੱਖਦੀ, ਮੈਨੂੰ ਇਹ ਨਹੀਂ ਪਤਾ ਹੈ। ਅਗਲੀ ਗੱਲ ਕਿ ਜਿਵੇਂ ਕਿਹਾ ਗਿਆ ਕਿ ਛੋਟੇ ਕਾਲਜ ਵੀ ਡਿਗਰੀ ਦੇ ਦਿਆ ਕਰਨਗੇ। ਕਾਲਜ ਕੌਣ ਖੋਲੂਗਾ? ਜਿਨ੍ਹਾਂ ਨੇ ਪਹਿਲਾਂ ਉਹ ਲੱਡੂ ਜਲੇਬੀਆਂ ਦੀ ਦੁਕਾਨ ਕਰਦੇ ਸੀਗੇ, ਹਲਵਾਈ ਸਨ, ਉਹਨਾਂ ਨੇ ਉੱਠ ਕੇ ਯੂਨੀਵਰਸਿਟੀਆਂ ਵੀ ਖੋਲ ਲਈਆਂ, ਕਾਲਜ ਵੀ ਖੋਲ ਲਏ, ਅਗਲੇ ਵੀ ਉਹ ਲੱਡੂ ਜਲੇਬੀਆਂ ਵਾਲਿਆਂ ਦੇ ਖੁੱਲਣੇ ਆ। ਇਸ ਕਰਕੇ ਜਿਹੜਾ ਜੀਨੀਅਸ ਹੈ ਨਾ ਪੰਜਾਬ ਦਾ, ਉਹ ਹੁਣ ਲੱਡੂ ਜਲੇਬੀਆਂ ਚੋਂ ਹੀ ਆਏਗਾ। ਇਹ ਜਿਹੜਾ 6% ਦਾ ਇਹਨੇ ਲਟਕਾਤਾ, ਇੱਕ ਗਾਜਰਾਂ ਲਟਕਾਤੀਆਂ ਨਾ, ਇਹ ਕਦੇ ਪੂਰਾ ਨਹੀਂ ਹੋਣਾ। ਲੋਕ ਜੋ ਟੀਚਰ ਹੋਣਗੇ ਵੀ ਜਿਹੜੀ ਐਗਜ਼ਿਸਟਿੰਗ ਪਾਲਿਸੀ ਆ ਸਾਡੀ ਐਜੂਕੇਸ਼ਨ ਦੀ ਤੇ ਜਿਹੜੀ ਪ੍ਰਪੋਜ਼ਡ ਪਾਲਿਸੀ ਆ ਉਹਦੇ ਵਿੱਚ ਗੈਪ ਕੀ ਆ, ਕੀ ਅਸੀਂ ਐਡਰੈਸ ਕਰਨਾ ਚਾਹੁੰਦੇ ਆ। ਹੋ ਸਕਦਾ ਉਹ ਡਾਕੂਮੈਂਟ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਜਾਣ। ਸੋ ਮੈਂ ਸਾਰਿਆਂ ਨੂੰ ਕਹੂੰਗਾ ਵੀ ਜੇ ਉਹ ਨਹੀਂ ਪੜ੍ਹਿਆ ਤਾਂ ਸਾਰੇ ਪੜ੍ਹਨ ਉਸ ਨੂੰ। ਆਈ ਡੋਂਟ ਨੋ ਵੀ ਹੈਗੀਆਂ ਜਾਂ ਨਹੀਂ ਹੈਗੀਆਂ। ਦੂਸਰੀ ਗੱਲ ਮੈਨੂੰ ਇਹ ਲੱਗਿਆ ਵੀ ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਆ ਉਹ ਸ਼ਾਇਦ ਇਹਦੇ ਵਿੱਚ ਹੈਗਾ ਟ੍ਰੈਂਡ ਇਸ ਪਾਲਿਸੀ ਤੇ ਉਹਦੇ ਵਿੱਚ ਕਾਫੀ ਕੁਛ ਐਸਾ ਹੈਗਾ ਜਿਹਦੇ ਵਿੱਚ ਰੀਜਨਲ ਜਾਂ ਐਥਨੀਸਿਟੀ ਨੂੰ ਐਡਰੈਸ ਨਹੀਂ ਕੀਤਾ ਗਿਆ ਜਾਂ ਉਹਨਾਂ ਦੇ ਇੰਟਰਸਟ ਐਡਰੈਸ ਨਹੀਂ ਕੀਤੇ ਗਏ। ਤੀਸਰਾ ਜਨਰਲ ਟ੍ਰੈਂਡ ਮੈਨੂੰ ਇਹ ਲੱਗਿਆ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਅਗੇਂਸਟ ਹੈ ਝੁਕਾਅ ਵੀ ਉਹ ਨਹੀਂ ਹੋਣੇ ਚਾਹੀਦੇ। ਆਈ ਡੋਂਟ ਨੋ ਵੀ ਉਹਨਾਂ ਦੀ ਵੈਲਿਊ ਹੈ ਜਾਂ ਨਹੀਂ ਹੈ। ਇਟ ਸੀਮਸ ਲਾਈਕ ਵੀ ਉਹਨੂੰ ਹੀ ਕਿਹਾ ਜਾਂਦਾ ਵੀ ਇਹ ਕਾਰਪੋਰੇਟ ਜਿਹੜਾ ਹੈਗਾ ਉਹਨੂੰ ਪ੍ਰਮੋਟ ਕਰ ਰਹੇ ਨੇ ਵਰਲਡ ਨੂੰ। ਪਰ ਮੈਨੂੰ ਇਹ ਵੀ ਲੱਗਦਾ ਵੀ ਇੱਕ ਟਾਈਮ ਸੀਗਾ ਜਦੋਂ ਸਾਡੇ ਗਵਰਨਮੈਂਟ ਸਕੂਲਾਂ ਦੀ ਡਿਟੀਰੀਓਰੇਸ਼ਨ ਇੰਨੀ ਹੋ ਗਈ ਸੀ ਵੀ ਬੱਚਿਆਂ ਲਈ ਕੁਝ ਹੋਰ ਨਹੀਂ ਸੀ ਕਿਤੇ ਜਾਣ ਲਈ ਐਜੂਕੇਸ਼ਨ ਲਈ। ਉਹ ਪ੍ਰਾਈਵੇਟ ਸਕੂਲਾਂ ਨੇ ਥੋੜਾ ਸਰਵ ਕੀਤਾ ਤੇ ਹੁਣ ਟ੍ਰੈਂਡ ਇਹ ਆ, ਕਿਉਂਕਿ ਮੈਂ ਆਪਦੇ ਪਿੰਡ ਦੇ ਸਕੂਲ ਵਿੱਚ ਥੋੜਾ ਬਹੁਤ ਕੰਮ ਕਰਦਾ, ਕਿ ਥੋੜਾ ਟ੍ਰੈਂਡ ਚੇਂਜ ਹੋ ਰਿਹਾ। ਜਿਹੜੇ ਪ੍ਰਾਈਵੇਟ ਸਕੂਲਾਂ ਦੇ ਟੀਚਰਸ ਨੇ ਦੇ ਆਰ ਨਾਟ ਦੈਟ ਵੈਲ ਪੇਡ ਜਿੰਨੇ ਗਵਰਨਮੈਂਟ ਸਕੂਲਾਂ ਦੇ ਟੀਚਰ ਨੇ। ਤੇ ਉਹਨਾਂ 'ਚ ਥੋੜੀ ਮੋਟੀਵੇਸ਼ਨ ਵੀ ਲੱਗੀ ਹੈ ਵੀ ਜੇ ਮਤਲਬ ਸਕੂਲਾਂ 'ਚ ਹੁਣ ਥੋੜੀ ਇੰਪਰੂਵਮੈਂਟ ਵੀ ਹੋਈ ਆ ਸਾਡੇ ਪੰਜਾਬ ਦੇ ਸਕੂਲਾਂ ਵਿੱਚ। ਬੇਸਿਕ ਇਹ ਆ ਵੀ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਜਾਂ ਬਿਊਰੋਕਰੈਟਸ ਨੇ, ਜੇ ਇਹ ਸਾਡੇ ਗਵਰਨਮੈਂਟ ਸਕੂਲਾਂ ਦੇ ਟੀਚਰਸ ਨੂੰ ਥੋੜਾ ਇਨਕਰੇਜ ਕਰਨ ਜਾਂ ਇਨਸੈਂਟਿਵ ਦੇਣ ਤਾਂ ਮੈਨੂੰ ਲੱਗਦਾ ਵੀ ਸਾਡੇ ਐਜੂਕੇਸ਼ਨ ਸਿਸਟਮ 'ਚ ਇੰਪਰੂਵਮੈਂਟ ਹੋ ਸਕਦੀ ਹੈ। ਮਿਹਰਬਾਨੀ ਸਰ, ਮਿਹਰਬਾਨੀ। ਸਾਡੇ ਦਰਮਿਆਨ ਡਾਕਟਰ ਆਸਾ ਸਿੰਘ ਘੁੰਮਣ ਨੇ 2 ਮਿੰਟ ਉਹ ਗੱਲ ਕਰਨਗੇ। ਡਾਕੂਮੈਂਟ ਲਈ SL ਵਿਰਦੀ ਜੀ ਫਗਵਾੜਾ ਤੋਂ ਨੇ, ਉਹ ਵੀ ਗੱਲ ਕਰਨਗੇ। ਡਾਕਟਰ ਆਸਾ ਸਿੰਘ ਜੀ ਘੁੰਮਣ। हाँ जी सर, बहुत प्यार सहित सारे ਜਿਹੜੇ ਵਿਦਵਾਨ ਸੱਜਣ ਤੁਹਾਡੇ ਮੰਚ ਦੇ ਸਹਿਯੋਗ ਨਾਲ ਸ਼ਾਮਲ ਹੋ ਰਹੇ ਨੇ। ਬੇਨਤੀ ਹੈ ਕਿ ਮੈਂ ਕਿਉਂਕਿ ਬਹੁਤ ਲੰਬਾ ਸਮਾਂ ਐਜੂਕੇਸ਼ਨ ਵਿੱਚ ਰਿਹਾ, ਕਾਲਜ ਵਿੱਚ ਵੀ ਔਰ ਨਾਲ ਦੀ ਨਾਲ ਸਕੂਲ ਐਜੂਕੇਸ਼ਨ ਨਾਲ ਵੀ ਵਾਬਸਤਾ। ਮੈਂ ਸਿਰਫ ਸਕੂਲ ਲੈਵਲ ਤੇ ਗੱਲ ਕਰਾਂਗਾ ਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਕਾਗਜ਼ ਤੇ ਬਹੁਤ ਵਧੀਆ ਲੱਗਦੀਆਂ। ਜਿਵੇਂ ਹੁਣ ਮਦਰ ਟੰਗ ਜਿਹੜਾ ਮੀਡੀਅਮ ਹੈ
ਉਸ ਦੀ ਗੱਲ ਕੀਤੀ ਗਈ ਹੈ, ਇਹ ਤਾਂ ਬੜੇ ਲੰਬੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ, ਲੇਕਿਨ ਉਹ ਹੁਣ ਵੀ ਜੇ ਅਸੀਂ ਕਹੀਏ ਕਿ ਉਹ ਕਾਮਯਾਬ ਹੋ ਜਾਏਗੀ, ਬਿਲਕੁਲ ਨਹੀਂ ਹੋ ਸਕਣੀ, ਕਿਉਂਕਿ ਇੰਗਲਿਸ਼ ਮੀਡੀਅਮ ਮੋਟਾ ਕਰਕੇ ਲਿਖਿਆ ਹੋਵੇ ਤੇ ਅੱਛੀ ਐਡਮਿਸ਼ਨ ਹੁੰਦੇ ਨੇ ਇੰਗਲਿਸ਼ ਦੇ ਨਾਂ ਦੇ ਉੱਤੇ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਫੋਬੀਆ ਹੈ, ਮੈਂ ਮਤਲਬ ਸਨਿਮਰ ਬੇਨਤੀ ਕਰਾਂਗਾ ਕਿ ਮੈਂ ਵੈਸੇ PhD ਆ ਇੰਗਲਿਸ਼ ਵਿੱਚ, ਪਰ ਮੈਂ ਪੰਜਾਬੀ ਦੇ ਵਿੱਚ 8-10 ਕਿਤਾਬਾਂ ਲਿਖੀਆਂ ਨੇ। ਇਹ ਤਾਂ ਹੈ ਨਹੀਂ ਇੱਕ ਜਿਹੜਾ ਚੱਲ ਰਿਹਾ ਨਾ ਸਾਡੇ ਇੱਕ ਕਿਸਮ ਦਾ ਇਹ ਗੱਲ ਕਿ ਇੰਗਲਿਸ਼ ਵਰਸਸ ਪੰਜਾਬੀ, ਜੇ ਪੰਜਾਬੀ ਆਉਂਦੀ ਹੈ ਤੇ ਇੰਗਲਿਸ਼ ਨਹੀਂ ਆ ਸਕਦੀ, ਤੇ ਇੰਗਲਿਸ਼ ਆਉਂਦੀ ਹੈ ਤੇ ਪੰਜਾਬੀ ਭੁੱਲ ਜਾਣੀ ਹੈ। ਅੱਜ ਦੇ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਦੋਵਾਂ ਲੈਂਗੁਏਜਸ ਦੀ ਬਹੁਤ ਵੱਡੀ ਜ਼ਰੂਰਤ ਹੈ। ਸੋ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਕਿ ਮਦਰ ਟੰਗ ਇਜ਼ ਦਾ ਬੈਸਟ ਮੀਡੀਅਮ ਫॉर ਪ੍ਰਾਇਮਰੀ ਐਜੂਕੇਸ਼ਨ, ਪਰ ਮੈਂ ਕਹਿੰਦਾ ਅਪ ਟੂ ਮਿਡਲ ਐਜੂਕੇਸ਼ਨ। ਜੇ ਇੱਕੋ ਇਹਦੇ ਵਿੱਚ ਕੋਈ ਪੋਜ਼ਿਟਿਵ ਗੱਲ ਹੋਈ ਹੈ ਜਿਹੜੀ ਸਕੂਲ ਐਜੂਕੇਸ਼ਨ ਦੇ ਵਿੱਚ, ਜਿਵੇਂ ਬਹੁਤ ਵਧੀਆ ਗੱਲ MP ਸਾਹਿਬ ਕਰ ਰਹੇ ਸਨ, ਸ਼ਰਮਾ ਸਾਹਿਬ, ਕਿ ਪਹਿਲਾਂ ਇਹ ਤਾਂ ਦੱਸਿਆ ਜਾਏ ਕਿ ਕਿਹੜੇ ਨੁਕਸ ਸਨ ਜਿਹੜੇ ਨੁਕਸ ਦੂਰ ਕੀਤੇ ਗਏ ਨੇ। ਜਿਹੜੀ ਇਹ ਪਾਲਿਸੀ ਸੀ ਰਾਜੀਵ ਗਾਂਧੀ ਹੋਰਾਂ ਨੇ ਜਦੋਂ ਸ਼ੁਰੂ ਕੀਤੀ ਹੈ, ਬਹੁਤ ਪਹਿਲਾਂ ਇਹਦੇ ਵਿੱਚ ਚੇਂਜ ਆ ਜਾਣੀ ਚਾਹੀਦੀ ਸੀ, ਇਹ ਬਦਲ ਦਿੱਤੀ ਜਾਣੀ ਚਾਹੀਦੀ ਸੀ, ਰਾਦਰ ਇਹ ਹੋਣੀ ਨਹੀਂ ਸੀ ਚਾਹੀਦੀ, ਇੰਪਲੀਮੈਂਟ ਹੀ ਨਹੀਂ ਸੀ ਹੋਣੀ ਚਾਹੀਦੀ, ਖਾਸ ਤੌਰ ਤੇ ਜਿਹੜਾ +2 ਸਿਸਟਮ ਹੈ। ਏਡਾ ਨੱਕ ਬੱਚਾ ਜਿਹੜਾ ਹੈ ਉਹਦੇ ਵਿੱਚ ਜੇ ਸਕਾਲਰਸ਼ਿਪਸ ਨਾ ਦਿੱਤੇ ਜਾਂਦੇ ਹੁੰਦੇ, ਹੁਣ ਜਿਵੇਂ ਗੱਲ ਕਰ ਰਹੇ ਸਨ ਮੇਰੇ ਤੋਂ ਪਹਿਲਾਂ ਵੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਫੀਸ ਨਹੀਂ ਦੇ ਸਕਦੇ, ਰੇਹੜੀ ਵਾਲਾ ਕਿੱਥੋਂ ਫੀਸ ਦੇਵੇ। ਕੋਈ ਵੀ ਇੱਕ ਵੀ ਸੰਸਥਾ ਸੋ ਫਾਰ ਸਕਾਲਰਸ਼ਿਪ ਦੇਣ ਵਾਸਤੇ ਨਾ ਸੈਂਟਰ ਗਵਰਨਮੈਂਟ ਵੱਲੋਂ, ਨਾ ਪੰਜਾਬ ਗਵਰਨਮੈਂਟ ਵੱਲੋਂ, ਨਾ NGOs ਵੱਲੋਂ ਆਫਰ ਹੋਈ। ਅਸੀਂ ਲੰਗਰ ਲਾਉਂਦੇ ਹਾਂ, ਬੜੀ ਬਾਖੂਬੀ ਲੰਗਰ ਲਾ ਦਿੰਦੇ ਹਾਂ, ਪਰ ਇੱਕ ਵੀ ਕਿਸੇ NGO ਨੇ ਇਹਨਾਂ ਦਿਨਾਂ ਦੇ ਵਿੱਚ ਸੋ ਫਾਰ ਆਫਰ ਨਹੀਂ ਕੀਤਾ ਕਿ ਜਿਹੜੇ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਦੀਆਂ ਫੀਸਾਂ ਅਸੀਂ ਦਿਆਂਗੇ ਪ੍ਰਾਈਵੇਟ ਸਕੂਲਾਂ ਨੂੰ, ਜਾਂ ਗਵਰਨਮੈਂਟ ਨੇ ਆਫਰ ਨਹੀਂ ਕੀਤਾ ਕਿ ਉਹਨਾਂ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਨੇ ਉਹਨਾਂ ਦੀ ਫੰਡਿੰਗ ਇਸ ਤਰ੍ਹਾਂ ਕੀਤੀ ਜਾਏਗੀ, ਜਾਂ ਜਿਹੜੇ EWS ਨੇ ਉਹਨਾਂ ਨੂੰ ਇਸ ਕਿਸਮ ਦੇ ਸਕਾਲਰਸ਼ਿਪ ਦਿੱਤੇ ਜਾਣਗੇ ਜਾਂ ਮਾਈਨੋਰਿਟੀ ਸਕਾਲਰਸ਼ਿਪ ਦਿੱਤੇ ਜਾਣਗੇ। ਸਕਾਲਰਸ਼ਿਪ ਦੀ ਕਿਸੇ ਲੈਵਲ ਤੇ ਗੱਲ ਹੀ ਨਹੀਂ ਹੋ ਰਹੀ, ਔਰ ਐਜੂਕੇਸ਼ਨ ਪਾਲਿਸੀ ਜਿਹੜੀ ਸਕੂਲ ਲੈਵਲ ਤੇ ਆਈ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸੋ ਇਹ ਗੱਲ ਜਿਹੜੀ ਬਹੁਤ ਵਾਜਬ ਕਹੀ ਗਈ ਹੈ ਕਿ ਬਹੁਤ ਵੱਡਾ ਪਾੜਾ ਜਿਹੜਾ ਹੈ ਐਟ ਪ੍ਰੈਜ਼ੈਂਟ ਵੀ ਹੈ ਔਰ ਅੱਗੋਂ ਵੀ ਦਿਸ ਰਿਹਾ, ਉਹਦੇ ਲਈ ਕੁਝ ਕਰਨ ਦੀ ਲੋੜ ਹੈ। ਬਹੁਤ ਮਿਹਰਬਾਨੀ, ਥੈਂਕ ਯੂ। ਅਮੀਤ ਸਿੰਘ ਜੀ। ਬਲਾਈ ਸਾਹਿਬ ਬਹੁਤ ਮਿਹਰਬਾਨੀ। ਆਵਾਜ਼ ਆ ਰਹੀ ਹੈ ਹੁਣ? ਜੀ। ਮੇਰਾ ਮੰਨਣਾ ਇਹ ਹੈ ਕਿ ਸਦੀਆਂ ਤੋਂ ਪਛੜੇ ਹੋਏ ਜਿਹੜੇ ਬੰਦੇ ਨੇ ਤੇ ਉਹਨਾਂ ਨੂੰ ਕੁਝ ਕਹਿਰੇ ਨਾਲ ਕਰਨ ਲਈ ਇਹ ਕਰਨਾ ਸੀ, ਸ਼ਾਇਦ ਇਸੇ ਕਰਕੇ ਸੰਵਿਧਾਨ ਤੌਰ ਤੇ ਇੱਕ ਸਮੇਂ ਪ੍ਰਾਵਧਾਨ ਕੀਤਾ ਗਿਆ, ਪਰ ਅਸੀਂ ਉਸ ਪਾਸੇ ਚੱਲੇ ਹੀ ਨਹੀਂ ਕਿ ਨਵੇਂ ਬਾਕੀ ਦੇ ਲੋਕਾਂ ਤੱਕ ਕਿਵੇਂ ਪਹੁੰਚਿਆ ਜਾਏ। ਅਸੀਂ ਤਾਂ ਐਜੂਕੇਸ਼ਨ ਹੀ ਉਨੀ ਨਹੀਂ ਦਬਾ ਪਾਏ ਲੋਕਾਂ ਨੂੰ। ਈਵਨ ਦਲਿਤ ਔਰ ਗੈਰ ਦਲਿਤ ਵੀ ਬਥੇਰੇ ਰਹਿੰਦੇ ਨੇ ਜਿਹੜੇ ਪ੍ਰਾਇਮਰੀ ਪਾਸ ਨਹੀਂ ਕਰਦੇ, ਉੱਥੇ ਹੀ ਰਹਿ ਜਾਂਦੇ ਨੇ। ਰਿਜ਼ਰਵੇਸ਼ਨ ਤਾਂ ਮਿਲੇਗੀ ਜੇਕਰ ਉਸ ਪਾਸੇ ਵੱਲ ਉਹਨੇ ਜੋਗਾ ਲੋਕਾਂ ਨੂੰ ਬਣਾਇਆ ਜਾਏਗਾ। ਰਿਜ਼ਰਵੇਸ਼ਨ ਇੱਕ ਸਹਾਇਕ ਰੋਲ ਪਲੇ ਕਰਦੀ ਹੈ, ਮਤਲਬ ਫੰਡਾਮੈਂਟਲ ਰੋਲ ਨਹੀਂ ਪਲੇ ਕਰਦੀ, ਪਰ ਉਹਨੂੰ ਉੱਥੇ ਛੱਡ ਦਿੱਤਾ ਜਾਏ ਕਿ ਅਸੀਂ ਨਰੋਲ ਮੈਰਿਟ ਦੇਖਾਂਗੇ। ਇੱਕ ਬੱਚਾ ਕਿਤੇ ਵੀ ਬਾਹਰ ਕਿਹੋ ਜਿਹੀ ਸੰਸਥਾ 'ਚ ਪੜ੍ਹਦਾ, ਦੂਜਾ ਕਿਹੋ ਜਿਹੀ ਸੰਸਥਾ 'ਚ ਪੜ੍ਹਦਾ, ਜਿਹੜਾ ਇਹ ਮੈਰਿਟ ਦਾ ਫਾਰਮੂਲਾ ਹੁੰਦਾ, ਇਹ ਡਿਨਾਇਲ ਆਫ ਅਪਰਚੁਨਿਟੀ ਹੁੰਦਾ ਕਿਸੇ ਵੀ ਜਿਹੜਾ ਪਿੱਛੇ ਰਹਿ ਗਿਆ ਬੱਚਾ। ਈਵਨ ਪੇਂਡੂ ਤੇ ਸ਼ਹਿਰੀ ਦੇ ਵਿੱਚ ਵੀ ਤਾਲਮੇਲ ਬਰਾਬਰ ਨਹੀਂ ਉਸ ਲੈਵਲ ਤੇ ਹੋ ਸਕਦਾ, ਉਹਦੇ ਵੀ ਵੱਖਰੇ ਕਲਚਰ ਵੱਖਰੇ ਸਿਸਟਮ ਦੇ ਵਿੱਚੋਂ ਰਹਿੰਦੇ ਬੰਦੇ ਨੇ। ਉਸ ਗੱਲ ਕਰਕੇ ਇਹਦਾ ਬਹੁਤ ਗੱਲ ਅੱਗੇ ਨਹੀਂ ਚੱਲੀ। ਦੂਜਾ ਸਵਾਲ ਸੀ ਕਿ RTE ਦੇ ਤਹਿਤ ਵੀ, ਹਾਲਾਂਕਿ ਇੱਕ ਪਾਲਿਸੀ ਦੇ ਤਹਿਤ ਸਕਾਲਰਸ਼ਿਪ ਸਕੀਮਾਂ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਚਲਾਈਆਂ ਸੀਗੀਆਂ ਗਵਰਨਮੈਂਟ ਆਫ ਇੰਡੀਆ ਨੇ, ਔਰ ਇਹ ਜਿਹੜੀਆਂ 2016-17 ਤੱਕ, ਉਸ ਤੋਂ ਬਾਅਦ ਸੀ ਕਿ ਸਟੇਟ ਗਵਰਨਮੈਂਟਾਂ ਆਪਣੇ ਆਪ ਕਰ ਲੈਣਗੀਆਂ ਜਿੰਨੀਆਂ ਵੀ, ਜੇ ਦੇਣਾ ਚਾਹੁੰਦੀਆਂ ਦੇ ਦੇ। ਜਿਹੜਾ ਉਦੋਂ ਵੱਧ ਦਾ ਬਰਡਨ ਹੈ ਉਹ ਸਟੇਟ ਤੋਂ ਬਾਅਦ ਉਹ ਸੈਂਟਰ ਨੂੰ ਲਿਖ ਕੇ ਭੇਜਦੇ, ਨਹੀਂ ਤਾਂ ਉਹ ਆਪ ਬੀਅਰ ਕਰਨ ਸਟੇਟ ਗਵਰਨਮੈਂਟਾਂ ਨੇ ਜਿਹੜੀਆਂ। ਇਸੇ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਹੋ ਚੁੱਕੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ। ਸੂਬੇ ਕੰਗਾਲ ਹੋ ਚੁੱਕੇ, ਸੂਬੇ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ, ਔਰ ਜਿੰਨਾ 3 ਲੱਖ ਬੱਚੇ ਤੇ ਅਸਰ ਘੱਟੋ ਘੱਟ ਜਿਹੜਾ ਕਾਲਜ ਗੋਇੰਗ ਬੱਚਾ ਪੰਜਾਬ ਦਿਆਂ ਤੇ ਪੈ ਰਿਹਾ ਹੈ ਇਹਨਾਂ ਇਹ ਸਕਾਲਰਸ਼ਿਪ ਸਕੀਮ ਖਤਮ ਹੋਣ ਦੇ ਨਾਲ, ਤੇ ਜਿਹੜਾ ਕਿ ਅੱਗੇ ਨਹੀਂ ਉਸ ਲੈਵਲ ਤੇ ਪੜ੍ਹ ਪਾਏਗਾ। ਹਕੀਕਤ ਵੀ ਇਹ ਹੈ ਕਿ ਸਾਡੇ ਤਾਂ ਕਾਲਜ PTA ਫੰਡ ਤੇ ਚੱਲਦੇ ਨੇ, ਜਿਹੜਾ ਹਰ ਦਲਿਤ ਤੋਂ ਲੈ ਕੇ ਹਰ ਬੱਚੇ ਨੂੰ ਦੇਣਾ ਪੈ ਰਿਹਾ ਹੈ। 500 ਤੋਂ ਲੈ ਕੇ 8000 ਤੱਕ ਕਾਲਜਾਂ ਚ ਵਸੂਲਿਆ ਜਾ ਰਿਹਾ ਹੈ। 11600 ਰੁਪਇਆ ਪਰ ਮੰਥ ਗੈਸਟ ਫੈਕਲਟੀ ਦਾ ਉਹ ਜਾ ਰਿਹਾ ਹੈ PTA ਚੋਂ, 10000 ਸਰਕਾਰ ਦਿੰਦੀ ਹੈ, ਤੇ ਉਹਦੇ ਚ ਇਹ 21600 ਤੇ ਇੱਕ ਬੰਦਾ ਕਾਲਜ ਦੇ ਵਿੱਚ ਪੜ੍ਹਾ ਰਿਹਾ ਲਗਾਤਾਰ, ਉਹ ਵੀ 96 ਤੋਂ ਬਾਅਦ ਤੁਸੀਂ ਭਰਤੀ ਨਹੀਂ ਕੀਤੀ। 1873 ਟੋਟਲ ਪੋਸਟਾਂ ਨੇ, ਉਹ ਚੋਂ 25% ਵੀ ਰੈਗੂਲਰ ਨਹੀਂ ਬਚੀਆਂ। ਹਾਲਤ ਤਾਂ ਇਸ ਲੈਵਲ ਦੀ ਹੈ ਕਿਉਂਕਿ ਉਸ ਵਾਲੇ ਪਾਸੇ ਧਿਆਨ ਹੀ ਸਾਡਾ ਨਹੀਂ ਹੈ ਕਿਸੇ ਮਾਮਲੇ ਵਿੱਚ। ਦੂਜੀ ਗੱਲ ਇਹ ਹੈ ਕਿ
ਇੱਕ ਹੋਰ ਗੱਲ ਸੀ, ਜਦੋਂ ਅਸੀਂ ਰਿਫਾਰਮ ਕਰਨਾ ਕਿ ਉਹਦੀਆਂ ਗਲਤੀਆਂ ਤੇ ਉਂਗਲ ਰੱਖਦੇ ਹੋ, ਬਿਲਕੁਲ ਵਾਜਬ ਗੱਲ ਹੈ, ਇਹ ਵਾਜਬ ਸੁਝਾਅ ਵੀ ਹੈ ਔਰ ਸਵਾਲ ਵੀ ਹੈ ਕਿ ਤੁਸੀਂ ਤੈਅ ਕਰਦੇ ਹੋ ਕਿ ਸਾਡੀ ਅਪਰੋਚ ਗਲਤ ਸੀ। ਪਹਿਲਾਂ ਅਪਰੋਚ ਨੂੰ ਵੈਸਟਰਨ ਲੈਵਲ ਦੀ ਜਿਹੜੀ ਪੱਛਮੀ ਕਿਸਮ ਦੀ ਧਰਮ ਨਿਰਪੱਖਤਾ ਸੀ, ਸਾਡੀ ਹਿੰਦੁਸਤਾਨੀ ਧਰਮ ਨਿਰਪੱਖਤਾ ਹੋਰ ਹੈ। ਸਾਨੂੰ ਮੰਦਰਾਂ ਦੇ ਨੀਂਹ ਪੱਥਰ ਰੱਖਣ, ਗੁਰਦੁਆਰਿਆਂ ਮੰਦਰਾਂ 'ਚ ਉਸ ਲੈਵਲ ਤੇ ਜਾਣ ਦੀ ਲੋੜ ਪੈਂਦੀ ਹੈ। ਇਹ ਅਪਰੋਚ ਹੈ ਜਿਹੜੀ ਉਹ ਟੋਟਲ ਪੈਰਾਡਾਈਮ ਸ਼ਿਫਟ ਕਰਨਾ ਚਾਹੁੰਦੇ ਨੇ। ਪੁਰਾਣੀ ਜਿਹੜੀ ਸੈਕੂਲਰਿਜ਼ਮ ਦਾ ਸਵਾਲ ਸੀ, ਡੈਮੋਕ੍ਰੇਸੀ ਦਾ ਸਵਾਲ ਸੀ, ਰਿਪਬਲਿਕ ਹੋਣ ਦਾ ਸਵਾਲ ਸੀ, ਬਾਕੀ ਦੀਆਂ ਜਿਹੜੀਆਂ ਚੀਜ਼ਾਂ। ਔਰ ਅਗਲਾ ਜਿਹੜਾ ਮੈਨੂੰ ਇਹ ਲੱਗਦਾ ਕਿ ਅਸੀਂ ਜਿਹੜਾ ਇਹਨੂੰ ਹੁਣ ਤੱਕ ਦੇ ਨਹੀਂ ਪਾਏ, ਮਤਲਬ ਐਜੂਕੇਸ਼ਨ, ਉਹਦੇ ਪਿੱਛੇ ਫਾਲਟ ਮੈਨੂੰ ਜੋ ਲੱਗ ਰਿਹਾ, ਕਿਉਂਕਿ ਅਸਲ ਦੇ ਵਿੱਚ ਅਸੀਂ ਐਜੂਕੇਸ਼ਨ ਤੇ ਹੈਲਥ ਦੇਣ ਦੇ ਪੱਲੇ ਇੱਕ ਜਹਾਦੀ ਤਰੀਕੇ ਦੇ ਨਾਲ ਕੰਮ ਹੀ ਨਹੀਂ ਕੀਤਾ। ਅਸੀਂ ਉਹ ਤੋਂ ਸ਼ਿਫਟ ਕੀਤਾ ਵੀ ਜਿੰਨੇ ਲੈ ਸਕਦੇ ਨੇ ਲੈ ਲੈਣ, ਬਾਕੀ ਨੂੰ ਉਸ ਰੂਪ ਦੇ ਵਿੱਚ ਇੱਕ ਮੁਹਿੰਮ ਨਹੀਂ ਚਲਾਈ ਆਜ਼ਾਦੀ ਤੋਂ ਬਾਅਦ ਵੀ ਕਦੇ ਵੀ। ਇਸ ਲਈ ਜਿਹੜਾ ਰਹਿ ਗਿਆ ਤੇ ਰਹਿ ਗਿਆ ਤੇ ਰਹਿ ਗਏ, ਪਿੱਛੇ ਚੱਲਦੇ ਗਏ, ਅਸੀਂ ਹੋਰ ਪਾਸੇ ਵੱਲ ਧਿਆਨ ਦਿੰਦੇ ਰਹੇ। ਐਜੂਕੇਸ਼ਨ ਲਈ ਇੱਕ ਮਾਹੌਲ ਬਣਾਉਣਾ ਪੈਂਦਾ। ਗਿਆਨ ਕਿਉਂ ਜ਼ਰੂਰੀ ਹੈ, ਵਿੱਦਿਆ ਕਿਉਂ ਜ਼ਰੂਰੀ ਹੈ, ਉਹਦੇ ਲਈ ਸੋਸ਼ਲ ਪੋਲੀਟੀਕਲ ਸਾਰੇ ਪੱਖਾਂ ਦੀ ਗੱਲ ਹੁੰਦੀ ਹੈ। ਤੇ ਮੈਨੂੰ ਲੱਗਦਾ ਕਿ ਉਹ ਚ ਅਸੀਂ ਐਜ ਏ ਸੋਸਾਇਟੀ ਵੀ ਤੇ ਐਜ ਏ ਗਵਰਨਮੈਂਟ ਪਾਲਿਸੀ ਵੀ ਉਹਦੇ ਚ ਪ੍ਰੋਬਲਮ ਸਾਡੇ ਸਾਹਮਣੇ ਆ ਉਸੇ ਪੱਧਰ ਦੇ ਉੱਤੇ। ਇੱਕ ਇਸ ਐਜੂਕੇਸ਼ਨ ਪਾਲਿਸੀ ਨੂੰ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਇੰਪਲਾਇਮੈਂਟ ਨਾਲ ਹੀ ਨਹੀਂ ਜੋੜਿਆ ਜਾਂਦਾ। ਤੁਸੀਂ ਦੇਖੋ ਕਿ ਇੰਪਲਾਇਮੈਂਟ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੌਰ ਆ ਰਿਹਾ ਹੁਣ ਇਸ ਸਮੇਂ ਦੇ ਵਿੱਚ, ਤੇ ਉਦੋਂ ਬਾਅਦ ਨੌਕਰੀਆਂ ਹੋਰ ਜਗ੍ਹਾ ਵੀ ਜਾ ਰਹੀਆਂ ਨੇ, ਸਾਰੀ ਦੁਨੀਆ 'ਚ ਜਾਣ ਕਿਉਂ। ਤੇ ਜਿਹੜੀ ਨਵੀਂ ਪਾਲਿਸੀ ਅੱਜ ਦੇ ਰਿਹਾ ਸੀ, ਅਗਲੇ 40-20 ਸਾਲ ਦੇ ਰਹੀ, ਤੇ ਉਹਦੇ 'ਚ ਇਹ ਤਾਂ ਹੋਣਾ ਚਾਹੀਦਾ ਕਿ ਰੁਜ਼ਗਾਰ ਕਿਹੋ ਜਿਹੇ ਹੋਣਗੇ, ਕਿਹੋ ਜਿਹੀ ਐਜੂਕੇਸ਼ਨ ਹੋਏਗੀ, ਕਿਹੋ ਜਿਹਾ ਸੈਟਅਪ ਹੋਏਗਾ। ਉੱਥੇ ਖਾਮੋਸ਼ੀ ਹੈ। ਸਸਟੇਨੇਬਲ ਡਿਵੈਲਪਮੈਂਟ ਦੀ ਜਿਹੜੀ ਗੱਲ ਕੀਤੀ ਗਈ ਹੈ, ਉਹ ਮੇਰਾ ਨਹੀਂ ਖਿਆਲ ਕਿ ਅਸੀਂ ਸਸਟੇਨੇਬਲ ਡਿਵੈਲਪਮੈਂਟ ਵੱਲ ਜਾ ਰਹੇ ਹਾਂ। ਅਸੀਂ ਕਿਸੇ ਹੋਰ ਪਾਸੇ ਵੱਲ ਜਾ ਰਹੇ ਹਾਂ। ਅਸੀਂ ਤਾਂ ਅਜੇ ਵੀ 39,000 ਕਰੋੜ ਰੁਪਏ ਹਥਿਆਰਾਂ ਤੇ ਤੁਰੰਤ ਖਰਚ ਹੁੰਦਾ। ਐਜੂਕੇਸ਼ਨ ਲਈ ਸਾਡੇ ਕੋਲ ਪੈਸਾ ਨਹੀਂ, ਤੇ ਗਰੀਬੀ ਹੈ, ਭੁੱਖਮਰੀ ਹੈ, ਇੰਪਲਾਇਮੈਂਟ ਹੈ ਨਹੀਂ। ਇੰਪਲਾਇਮੈਂਟ ਤੇ ਅਸੀਂ ਮੇਲੇ ਲਾਉਂਦੇ ਹਾਂ, ਰੁਜ਼ਗਾਰ ਮੇਲੇ, ਜਿੱਥੇ ਬੰਦੇ ਪਸ਼ੂਆਂ ਦੀ ਤਰ੍ਹਾਂ ਅਸੀਂ ਐਂ ਦਿਖਾਉਂਦੇ ਹਾਂ ਵੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਤੈਨੂੰ 5,500 ਤੇ ਭੇਜਣਾ, ਤੈਨੂੰ ਕਿੰਨੇ ਤੇ ਭੇਜਣਾ। ਕੈਜੂਅਲ ਰੁਜ਼ਗਾਰ ਦਾ ਇੱਕ ਸੈਟਅਪ ਅਸੀਂ ਉਸ ਲੈਵਲ ਤੇ ਪੇਸ਼ ਕਰਦੇ ਹਾਂ। ਔਰ ਇਸੇ ਲਈ ਮੈਨੂੰ ਇਹ ਲੱਗਦਾ ਕਿ ਜਿਹੜੀ ਸਰਕਾਰੀ ਸਕੂਲਾਂ ਬਾਹਰ ਹੁਣ ਸਾਨੂੰ ਹਾਲਤ ਦੀ ਗੱਲ ਲੱਗਦੀ ਹੈ ਕਿ ਥੋੜਾ ਬਹੁਤ ਇਹ ਹੈ ਕਿ ਰੋਜ਼ ਫੇਸਬੁੱਕ ਤੇ ਫੋਟੋਆਂ ਵੀ ਪੈਂਦੀਆਂ ਨੇ ਕਿ ਬਿਲਡਿੰਗ ਬਹੁਤ ਵਧੀਆ ਬਣ ਗਈ, ਬਾਕੀ ਚੀਜ਼ਾਂ ਹੋ ਰਹੀਆਂ ਨੇ, ਇਨਫਰਾਸਟ੍ਰਕਚਰ। ਪਰ ਗਵਰਨਮੈਂਟ ਆਫ ਇੰਡੀਆ ਨੇ ਨਾ ਪ੍ਰੋਜੈਕਟ ਬੇਸਡ ਅਪਰੋਚ ਸ਼ੁਰੂ ਕੀਤੀ ਹੈ ਤੇ ਸਟੇਟ ਗਵਰਨਮੈਂਟਾਂ ਨੇ। ਜੇ ਵਿਦਿਆ ਨੂੰ ਵੀ ਪ੍ਰਸਾਰਨਾ ਸਾਰੇ ਤੱਕ ਲੈਣਾ, ਉਹ SSA ਹੈ, ਸਰਵ ਸਿੱਖਿਆ ਅਭਿਆਨ ਲਾਗੂ ਕੀਤਾ। ਬਾਹਰ ਦੁਨੀਆ ਭਰ ਦੇ ਕਹਿੰਦੇ ਨੇ ਮਾਤ ਭਾਸ਼ਾ ਬਿਹਤਰ ਹੁੰਦੀ ਹੈ, ਤਾਂ ਤੁਸੀਂ 5ਵੀਂ ਤੱਕ ਬੇਅਰ ਐਵਰੇਜ ਪੋਸੀਬਲ ਸ਼ਬਦ ਲਿਖਤਾ, ਤੇ ਉਦੋਂ ਬਾਅਦ 8ਵੀਂ ਤੱਕ ਤੁਸੀਂ ਲਿਖਤਾ ਕਿ ਤਰਜੀਹੀ ਆਧਾਰ ਤੇ ਦੇਣ ਦੀ ਲੋੜ ਹੈ। ਤੇ ਉਹਨੂੰ ਤੁਸੀਂ ਮਤਲਬ ਕੰਕਰੀਟਾਈਜ਼ ਨਹੀਂ ਉਸ ਪੱਧਰ ਦੇ ਉੱਤੇ ਕੀਤਾ ਕਿਸੇ ਵੀ ਰੂਪ ਦੇ ਵਿੱਚ। ਇਸ ਲਈ ਇਸ ਪਾਲਿਸੀ ਦੇ ਵਿੱਚ ਮੇਰੇ ਖਿਆਲ ਨਾਲ ਹੋਰ ਜ਼ਿਆਦਾ ਵਿਸਤਾਰ ਔਰ ਡਿਬੇਟ ਦੀ ਗੱਲ ਕਰਦੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕੋ ਜੀ ਵਿਦਿਆ ਤੋਂ ਬਿਨਾਂ ਅਸੀਂ ਇਨਕਲੂਜਨ ਦਾ ਪ੍ਰੋਸੈਸ ਨਹੀਂ ਪੂਰਾ ਕਰ ਸਕਦੇ, ਬਾਕੀ ਲੋਕਾਂ ਨੂੰ ਇਨਵੋਲਵ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਬੱਚਿਆਂ ਨੂੰ ਬਾਹਰ ਹੀ ਰੱਖਾਂਗੇ ਜੇ ਐਵੇਂ ਚੱਲਦਾ। ਪ੍ਰਾਈਵੇਟ ਐਜੂਕੇਸ਼ਨ ਦਾ ਜਿਹੜਾ ਸਵਾਲ ਆਇਆ, ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਵਿਰੋਧ ਹੀ ਕਰਦੇ ਹਾਂ। ਮੈਨੂੰ ਲੱਗਦਾ ਕਿ ਪ੍ਰਾਈਵੇਟ ਐਜੂਕੇਸ਼ਨ ਪਹਿਲਾਂ ਵੀ ਸੀ, ਪਰ ਉਹ ਮਿਸ਼ਨਰੀ ਤਰੀਕੇ ਦੀ ਸੀ। ਗਵਰਨਮੈਂਟਾਂ ਨੇ ਉਹਨਾਂ ਨੂੰ ਸਪੋਰਟ ਕੀਤੀ। ਕਮਰਸ਼ੀਅਲਾਈਜੇਸ਼ਨ ਆਫ ਪ੍ਰਾਈਵੇਟ ਐਜੂਕੇਸ਼ਨ ਜਿਹੜੀ ਹੈ ਨਾ, ਉਹ ਚੋਂ ਪ੍ਰੋਫਿਟ ਬਣਾਉਣਾ, ਇਹ ਸਭ ਤੋਂ ਖਤਰਨਾਕ ਪਹਿਲੂ। ਔਰ ਜੇ ਇਹਨੂੰ ਵੀ ਮਾਨਤਾ ਦਿੱਤੀ ਜਾਏਗੀ ਕਿ ਐਜੂਕੇਸ਼ਨ ਕਮਰਸ਼ੀਅਲ ਕਰਦੇ ਹੋ ਤੁਸੀਂ, ਫੇਰ ਸੁਸਾਇਟੀ ਨਹੀਂ, ਇਕੁਅਲ ਸੁਸਾਇਟੀ ਜਾਂ ਚੰਗੀ ਸੁਸਾਇਟੀ, ਖੂਬਸੂਰਤ ਸੁਸਾਇਟੀ, ਬਰਾਬਰ ਦੇ ਮੌਕੇ, ਉਹ ਬਿਹਤਰ ਸਮਾਜ ਨਹੀਂ ਸਿਰਜ ਸਕਦੀ ਕਿਸੇ ਵੀ ਰੂਪ ਚ। ਇਸ ਲਈ ਰਣਨੀਤਿਕ ਤੌਰ ਤੇ ਡਿਸਾਈਸਿਵ ਫੈਸਲਾ ਲੈਣਾ ਪਏਗਾ ਕਿ ਸਕੂਲ ਐਜੂਕੇਸ਼ਨ ਇੱਕੋ ਜਿਹੇ ਗੁਆਂਢੀ ਸਕੂਲਾਂ ਦੇ ਵਿੱਚ ਚੱਲੇ, ਚਾਹੇ ਉਹ ਪ੍ਰਾਈਵੇਟ ਗੁਆਂਢੀ ਸਕੂਲ ਆ, ਚਾਹੇ ਦੂਜਾ ਗਵਰਨਮੈਂਟ ਉਹਨੂੰ ਐਡ ਕਰੇ। ਉਹਦੇ ਚੋਂ ਪ੍ਰੋਫਿਟ ਮੇਕਿੰਗ ਦਾ ਕਨਸੈਪਟ ਨਹੀਂ ਚੱਲੇਗਾ ਕਿ ਉਹਦੇ ਚੋਂ ਅਸੀਂ ਹੋਰ ਬਿਲਡਿੰਗਾਂ, ਹੋਰ ਸਕੂਲ, ਹੋਰ ਚੀਜ਼ਾਂ, ਇਸ ਲੈਵਲ ਦੀਆਂ ਚੀਜ਼ਾਂ ਜਾਂ ਆਪਣੇ ਹੋਰ ਬਿਜ਼ਨਸ ਚਲਾਉਣੇ ਨੇ ਉਸੇ ਸਕੂਲ ਦੇ ਵਿੱਚੋਂ। ਇਹਦੇ ਤੇ ਮੈਨੂੰ ਲੱਗਦਾ ਕਿ ਪ੍ਰੋਬਲਮ ਹੈ। ਕਰਾਂਗਾ ਸਾਡੇ ਮਾਨਯੋਗ ਗਿਆਨ ਸਿੰਘ ਜੀ DPRO ਸਾਹਿਬ ਨੂੰ ਕਿ ਉਹ ਸਭਨਾਂ ਦਾ ਧੰਨਵਾਦ ਕਰਨ। ਉਸ ਤੋਂ ਪਹਿਲਾਂ ਮੈਂ ਡਾਕਟਰ ਹਰਜਿੰਦਰ ਬਾਲੀਆ ਜੀ ਹੋਰਾਂ ਦੀ ਹਾਜ਼ਰੀ ਇਸ ਸੈਮੀਨਾਰ ਵਿੱਚ ਹੋਈ ਹੈ, ਉਹਨਾਂ ਨੂੰ ਧੰਨਵਾਦ ਦਿੰਦਾ। ਬਾਂਸੋ ਦੇਵੀ ਜੀ, ਰਵਿੰਦਰ ਚੋੜ ਜੀ ਸਾਡੇ ਦਰਮਿਆਨ ਸਨ, ਸੁਖਵਿੰਦਰ ਸਿੰਘ ਜੀ, ਔਰ ਸਾਡੇ ਦਰਮਿਆਨ ਡਾਕਟਰ ਚਰਨਜੀਤ ਸਿੰਘ ਜੀ ਗਮਟਾਲਾ, ਰਣਜੀਤ ਸਿੰਘ ਜੀ ਅਣਖੀ ਅੰਮ੍ਰਿਤਸਰ ਤੋਂ, ਸ਼ੇਰਗਿੱਲ ਜੀ ਨਿਊਜ਼ ਐਡੀਟਰ, ਅਜੀਤ ਅਵਤਾਰ ਸਿੰਘ ਜੀ ਸ਼ੇਰਗਿੱਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਗੇ। ਔਰ ਸਾਰੇ ਜਿੰਨੇ ਵੀ ਸੈਮੀਨਾਰ ਵਿੱਚ ਹਾਜ਼ਰ ਹੋਏ ਨੇ, ਅਮੀਤ ਸਿੰਘ ਜੀ ਔਰ ਸਾਰੇ ਸੱਜਣ, ਮੈਂ ਬੇਨਤੀ ਸਭ ਤੋਂ ਪਹਿਲਾਂ ਤਾਂ
ਕਾਲਮਨਿਸਟ ਮੰਚ ਦੇ ਪੱਤਰਕਾਰ ਮੰਚ ਦੇ ਸਾਰੇ ਜਿਹੜੇ ਮੈਂਬਰ ਸਾਡੇ ਵਿੱਚ ਸ਼ਾਮਲ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੀ ਕਰਦਾ, ਧੰਨਵਾਦ ਵੀ ਕਰਦਾ। ਤੇ ਜਿਹੜਾ ਸਾਡਾ ਇਹ ਵਿਸ਼ਾ ਆਰੰਭ ਕੀਤਾ ਗਿਆ ਸੀ ਉਹਦੇ ਵਿੱਚ ਸਰਦਾਰ ਹਰਮੀਤ ਸਿੰਘ ਜੀ ਨੂੰ ਲਿਆ ਕੇ ਅੱਜ ਦਾ ਜੋ ਮੌਜੂਦਾ ਸਮੇਂ ਦੀ ਲੋੜ ਹੈ, ਸਿੱਖਿਆ ਨੀਤੀ ਜਿਹੜੀ ਨਵੀਂ ਆਈ ਹੈ ਉਹਦੇ ਤੇ ਚਰਚਾ ਬਹੁਤ ਜ਼ਰੂਰੀ ਸੀ, ਕਿਉਂਕਿ ਇੱਕ ਸਿੱਖਿਆ ਜਿਹੜੀ ਹੈਗੀ ਹੈ ਇਹਨੂੰ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਸਮੇਂ-ਸਮੇਂ ਜਿਹੜੀਆਂ ਸਰਕਾਰਾਂ ਆਈਆਂ ਉਹਨੇ ਆਪਣੇ ਤਰੀਕੇ ਨਾਲ ਸਿੱਖਿਆ ਨੂੰ ਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਇੱਕ ਸਿੱਖਿਆ ਨੀਤੀ ਵੀ ਭਾਰਤ ਦੇ ਸੰਵਿਧਾਨ ਵਾਂਗੂ ਚਾਹੀਦੀ ਸੀ ਕਿ ਸਿੱਖਿਆ ਨੀਤੀ ਇੱਕ ਇਹੋ ਜਿਹੀ ਬਣਨੀ ਚਾਹੀਦੀ ਉਹਦੇ ਵਿੱਚ ਸਮੇਂ-ਸਮੇਂ ਲੋੜ ਅਨੁਸਾਰ ਲੋੜਾਂ ਤਮਰੀਨਾਂ ਤਾਂ ਕੀਤੀਆਂ ਜਾ ਸਕਦੀਆਂ ਸਨ, ਪਰ ਇੱਕਦਮ ਉਹਨੂੰ ਸਾਰੀ ਨੂੰ ਬਦਲਣਾ ਉਹ ਆਪਣੀ ਸਰਕਾਰ ਆਪਣੇ ਅਕੀਦੇ ਦੇ ਮੁਤਾਬਕ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਤੇ ਜੋ ਸਾਡੇ ਸਾਰੇ ਕਾਲਮਨਿਸਟ ਪੱਤਰਕਾਰ ਮੰਚ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਕਲਮ ਉਠਾਓ ਤੇ ਜਿਹੜਾ ਚੰਗਾ ਲੱਗਦਾ ਜਾਂ ਮਾੜਾ ਲੱਗਦਾ ਉਹਦੇ ਉੱਤੇ ਆਪਣੀ ਕਲਮ ਲਿਖੋ। ਤੇ ਸਾਰੇ ਜਿਹੜੇ ਸਾਡੇ ਮੈਂਬਰ ਇਹਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਤੇ ਖਾਸ ਤੌਰ ਤੇ ਪ੍ਰੋਫੈਸਰ ਹਰਮੀਤ ਸਿੰਘ ਜੀ ਦਾ, ਜਿਹੜੇ ਕਿ ਆਮ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਨੇ। ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਜਿਹੜੇ ਸਾਡੇ ਵਿੱਚ ਸ਼ਾਮਲ ਹੋਏ ਨੇ। ਬਹੁਤ ਬਹੁਤ ਧੰਨਵਾਦ।